ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਾਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਰਾਮ ਕਲੀ ਮਹੱਲਾ ਪੰਜਵਾ। ਪੜਤਾਲ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਨਾਦ ਹਰੈ ਨਮਸਕਾਰੰ, ਜਲਨ ਥਲਨ ਬਸਤ ਗਗਨ ਏਕੰਕਾਰੰ। ਏਕ ਏਕੰਕਾਰ। ਏਕ ਏਕੰਕਾਰੰ ਰਹਾਉ। ਨਾਰ ਨਰਹਿ ਨਮਸਕਾਰੰ, ਜਲਨ ਥਲਨ ਬਸਤ ਗਗਨ ਏਕ ਏਕੰਕਾਰੰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗਰੀਬ ਨਵਾਜ ਸਾਹਿਬ ਜੀ ਕੀ ਅਪਰ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ। ਅੰਮ੍ਰਿਤ ਬਾਣੀ, ਪੰਜ ਬਾਣੀਆਂ ਦਾ ਨਿਤਨੇਮ ਅਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਤਿਨਾਂ ਦੇ ਜਥੇ ਨੇ ਆਸਾ ਕੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਗੁਰੂ ਕੀ ਸੰਗਤ ਜੀ, ਅੱਜ 8 ਪੋਹ ਦਾ ਦਿਹਾੜਾ ਹੈ, ਇਤਿਹਾਸਕ ਦਿਹਾੜਾ। ਔਰ ਜਿਸ ਦਿਨ ਦੀਨ ਤੇ ਚੱਲਣ ਵਾਲੇ
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਇੱਕ ਉਹ ਹਨ ਜਿਹੜੇ ਦੀਨ ਦੇ ਵਾਸਤੇ, ਦੀਨ ਤੇ ਚੱਲਦਿਆਂ ਹੋਇਆਂ ਲੜ ਰਹੇ ਹਨ ਤੇ ਪੁਰਜਾ ਪੁਰਜਾ ਕੱਟੇ ਜਾ ਰਹੇ ਹਨ। ਤੇ ਇੱਕ ਉਹ ਲੋਕ ਹਨ ਲੱਖਾਂ ਦੀ ਗਿਣਤੀ ਵਿੱਚ ਜਿਨ੍ਹਾਂ ਨੇ ਆਪਣਾ ਦੀਨ ਤਿਆਗ ਦਿੱਤਾ ਹੈ, ਦੀਨ ਛੱਡ ਦਿੱਤਾ ਹੈ, ਧਰਮ ਛੱਡ ਦਿੱਤਾ ਹੈ। ਜਿਵੇਂ ਭਗਤ ਜੀ ਨੇ ਆਖਿਆ, ਕਬੀਰ ਦੀਨ ਗਵਾਇਆ ਦੁਨੀ ਸਿਉ। ਉਹ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ, ਕੁਰਾਨ ਦੀ ਕਸਮ ਖਾਧੀ, ਗਊ ਦੀ ਕਸਮ ਖਾਧੀ, ਠਾਕੁਰ ਦੀ ਕਸਮ ਖਾਧੀ ਪਹਾੜੀ ਰਾਜਿਆਂ ਨੇ, ਉਹ ਦੀਨ ਤਿਆਗਣ ਵਾਲੇ ਲੋਕ ਹਨ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨਾਲ ਸਾਥੀ ਸਿੰਘ ਉਹ ਦੀਨ ਤੋਂ ਕੁਰਬਾਨ ਹੋਣ ਵਾਲੇ ਹਨ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹਾਥ। ਜਿੱਥੇ ਅਸੀਂ ਦੀਨ ਤੇ ਪਹਿਰਾ ਦੇਣ ਵਾਲਿਆਂ ਨੂੰ, ਦੀਨ ਤੋਂ ਕੁਰਬਾਨ ਹੋਣ ਵਾਲਿਆਂ ਨੂੰ ਅੱਜ ਯਾਦ ਕਰ ਰਹੇ ਹਾਂ, ਚਮਕੌਰ ਦੇ ਗੜੀ ਦੇ ਉਹਨਾਂ ਸ਼ਹੀਦਾਂ ਨੂੰ, ਉੱਥੇ ਨਾਲ ਸੁਭਾਵਕ ਹੀ ਉਹਨਾਂ ਨੂੰ ਵੀ ਚੇਤੇ ਕੀਤਾ ਜਾਂਦਾ ਜਿਨ੍ਹਾਂ ਨੇ ਦੀਨ ਗਵਾ ਦਿੱਤਾ, ਜਿਨ੍ਹਾਂ ਨੇ ਦੁਨੀਆ ਦੇ ਲਾਲਚ ਵਿੱਚ, ਦੁਨੀਆ ਦੇ ਅਹੁਦੇ ਮੁਰਾਤਬਿਆਂ ਦੇ ਲਾਲਚ ਵਿੱਚ, ਦੁਨੀਆ ਦੇ ਪਦਾਰਥ ਵਿੱਚ ਆਪਣਾ ਦੀਨ ਤਿਆਗ ਦਿੱਤਾ। ਉਹਨਾਂ ਨੂੰ ਵੀ ਚੇਤੇ ਕੀਤਾ ਜਾ ਰਿਹਾ ਨਾਲ ਹੀ, ਕਿਉਂਕਿ ਜਦੋਂ ਕਲਗੀਧਰ ਪਾਤਸ਼ਾਹ ਦੇ ਸਾਥੀ 40 ਸਿੰਘਾਂ ਨੂੰ ਆਪਾਂ ਚੇਤੇ ਕਰਾਂਗੇ ਤੇ ਉਸ ਵੇਲੇ ਜਿਹੜੇ 4 ਚਫੇਰੇ ਲੱਖਾਂ ਫੌਜ ਨੇ ਘੇਰਾ ਪਾਇਆ, ਉਹਨੂੰ ਵੀ ਯਾਦ ਕੀਤਾ ਹੀ ਜਾਂਦਾ ਹੈ। ਸਾਧ ਸੰਗਤ ਜੀ, ਕੱਲ ਸਤਪੋਹ ਦਾ ਦਿਨ ਲੰਘਿਆ ਹੈ। ਕੱਲ ਦੇ ਇਤਿਹਾਸ ਦੀ ਬੇਨਤੀ ਕੱਲ ਕੀਤੀ ਸੀ ਵੀ ਜਿਵੇਂ 6 ਪੋਹ ਦੀ ਰਾਤ ਨੂੰ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਰਾਤ ਅੰਮ੍ਰਿਤ ਵੇਲਾ ਸਰਸਾ ਦੇ ਘਾਟ ਤੇ ਹੋਇਆ। ਸਰਸਾ ਪਾਰ ਕੀਤੀ, ਸਰਸਾ ਦੇ ਘਾਟ ਤੇ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਕੀਤਾ, ਪਿੱਛੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਸਰਸਾ ਪਾਰ ਕੀਤੀ। ਸਰਸਾ ਪਾਰ ਕਰਨ ਤੋਂ ਅੱਗੇ ਰੋਪੜ ਵੱਲ ਨੂੰ ਆਉਂਦਿਆਂ ਸਤਪੋਹ ਦਾ ਦਿਨ ਚੜ੍ਹ ਗਿਆ ਸੀ ਕੱਲ ਦਾ, ਤੇ ਕੱਲ ਸਾਰਾ ਦਿਨ ਗੁਰੂ ਜੀ ਨੇ ਸਫ਼ਰ ਕੀਤਾ। 35 ਸਿੰਘ ਮਹਾਰਾਜ ਦੇ ਨਾਲ ਸੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਇਆ। ਤੇ 5 ਸਿੰਘ ਉੱਥੇ ਜੰਗ ਕਰਦਿਆਂ ਹੋਇਆਂ ਫੱਟੜ ਹੋਏ, ਉਹ ਬਾਅਦ ਵਿੱਚ ਆ ਕੇ ਮਹਾਰਾਜ ਨੂੰ ਮਿਲੇ। ਗਿਣਤੀ 40 ਸਿੰਘਾਂ ਦੀ ਹੈ, 40 ਸਿੰਘ ਕਲਗੀਧਰ ਪਾਤਸ਼ਾਹ ਦੇ ਨਾਲ। ਮਹਾਰਾਜ ਸਾਹਿਬ ਜੀ ਰੋਪੜ ਹੁੰਦਿਆਂ ਜਿੱਥੇ ਗੁਰਦੁਆਰਾ ਭੱਠਾ ਸਾਹਿਬ ਹੈ, ਉਸ ਥਾਂ ਤੇ ਮਹਾਰਾਜ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਸਰਸਾ ਦੇ ਘਾਟ ਤੇ ਜੰਗ ਕਰਦਿਆਂ ਸਖਤ ਜ਼ਖਮੀ ਹੋ ਚੁੱਕੇ ਸੀ, ਉਹਨਾਂ ਨੂੰ ਨਿਹੰਗ ਖਾਂ ਦੇ ਘਰੇ ਛੱਡਿਆ, ਕੋਟਲੇ ਵਾਲੇ ਦੇ। ਇਹ ਨਿਹੰਗ ਖਾਂ ਬਹੁਤ ਪੁਰਾਣਾ ਗੁਰੂ ਘਰ ਦਾ ਸ਼ਰਧਾਲੂ ਸੀ। ਇਸ ਮੌਕੇ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਮਹਾਰਾਜ ਨਿਹੰਗ ਖਾਂ ਦੇ ਘਰੇ ਆਏ ਆ ਨਾ, ਭਾਈ ਬਚਿੱਤਰ ਸਿੰਘ ਨੂੰ ਉਹਦੇ ਘਰੇ ਛੱਡਦੇ ਆ। ਇਹਦੇ ਤੋਂ ਪਹਿਲਾਂ 3 ਵਾਰੀ ਉੱਥੇ ਆ ਚੁੱਕੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਖਾਂ ਦੇ। ਜਦੋਂ ਪਹਿਲੀ ਵਾਰੀ ਆਏ ਸੀ ਉਦੋਂ ਭੰਗਾਣੀ ਦਾ ਯੁੱਧ ਜਿੱਤਿਆ ਸੀ ਤੇ ਸ਼ਾਮ ਵੇਲੇ ਇੱਥੇ ਆਏ ਸੀ ਮਹਾਰਾਜ। ਉਦੋਂ ਆਖਿਆ ਸੀ ਵੀ ਅਸੀਂ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਹੈ, ਕੋਈ ਇਕਾਂਤ ਥਾਂ, ਕੋਈ ਜਗ੍ਹਾ। ਉਹ ਭੱਠੇ ਤੇ ਜਿਹੜੀ ਲੇਬਰ ਕੰਮ ਕਰਦੀ ਸੀ, ਉਹਨਾਂ ਨੇ ਮਖੌਲ ਨਾਲ ਐਸੇ ਲਹਿਜੇ ਨਾਲ ਆਖਿਆ ਵੀ ਆਹੀ ਭੱਠੇ ਤੇ ਹੀ ਬਹਿ ਜਾਓ। ਤੇ ਸਤਿਗੁਰਾਂ ਨੇ ਜਦੋਂ ਘੋੜਾ ਭੱਠੇ ਵੱਲ ਨੂੰ ਕੀਤਾ ਸੀ ਤੇ ਘੋੜੇ ਨੇ ਆਪਣੇ ਸੁੰਮ ਆਪਣੇ ਪੌੜ ਉੱਤੇ ਰੱਖੇ ਤੇ ਭੱਠਾ ਠੰਡਾ ਕਰ ਦਿੱਤਾ ਸੀ। ਉਦੋਂ ਪਹਿਲੀ ਵਾਰੀ ਜਦੋਂ ਮਹਾਰਾਜ ਆਏ ਸੀ ਭੰਗਾਣੀ ਦਾ ਯੁੱਧ ਜਿੱਤ ਕੇ, ਭੱਠਾ ਉਦੋਂ ਠੰਡਾ ਕੀਤਾ ਸੀ। ਫਿਰ ਉਹਨਾਂ ਨੇ ਮਜ਼ਦੂਰਾਂ ਨੇ ਜਾ ਕੇ ਨਿਹੰਗ ਖਾਂ ਦੇ ਘਰੇ ਦੱਸਿਆ ਵੀ ਇਸ ਤਰ੍ਹਾਂ ਕੋਈ ਆਇਆ, ਉਹਨਾਂ ਨੇ ਆਪਣਾ ਘੋੜਾ ਉੱਤੇ ਚੜਾਇਆ ਤੇ ਭੱਠਾ ਠੰਡਾ ਹੋ ਗਿਆ। ਫਿਰ ਨਿਹੰਗ ਖਾਂ ਸਾਰੇ ਪਰਿਵਾਰ ਸਮੇਤ ਆਇਆ ਸੀ, ਆ ਕੇ ਮਹਾਰਾਜ ਦੇ ਚਰਨਾਂ ਤੇ ਪਿਆ। ਉਹਦਾ ਪੁੱਤਰ ਸੀ ਆਲਮ ਖਾਂ ਨਿਹੰਗ ਖਾਂ ਦਾ, ਉਹਦੀ ਬੇਟੀ ਸੀ ਬੀਬੀ ਮੁਮਤਾਜ, ਘਰ ਵਾਲੀ ਬੇਗਮ ਤੇ ਪੁੱਤਰ ਤੇ ਧੀ ਦੇ ਸਮੇਤ ਆ ਕੇ ਮਹਾਰਾਜ ਨੂੰ ਮੱਥਾ ਟੇਕਦਾ, ਸਾਰੀ ਲੇਬਰ ਨੂੰ ਵੀ ਨਮਸਕਾਰ ਕਰਵਾਉਂਦਾ ਤੇ ਮਾਫੀ ਮੰਗਦਾ ਗੁਰੂ ਸਾਹਿਬ ਜੀ ਦੇ ਪਾਸੋਂ।
ਇਸ ਤਰ੍ਹਾਂ ਉਦੋਂ ਪਹਿਲੀ ਵਾਰੀ ਆਏ ਸੀ, ਫਿਰ ਬੇਨਤੀ ਕਰਕੇ ਆਪਣੇ ਘਰੇ ਵੀ ਉਦੋਂ ਲੈ ਕੇ ਗਿਆ। ਉਸ ਤੋਂ ਬਾਅਦ ਜਦੋਂ ਉਹਦੇ ਪੁੱਤਰ ਦਾ ਨਿਕਾਹ ਸੀ, ਮੰਗਣਾ ਸੀ, ਉਸ ਮੌਕੇ 'ਤੇ ਕਲਗੀਧਰ ਪਾਤਸ਼ਾਹ ਨੂੰ ਉਹਨੇ ਸੱਦਾ ਭੇਜ ਕੇ ਅਨੰਦਪੁਰ ਸਾਹਿਬ ਤੋਂ ਸੱਦਿਆ ਸੀ। ਤੀਸਰੀ ਵਾਰੀ ਫੇਰ ਆਏ ਸੀ ਅਤੇ ਚੌਥੀ ਵਾਰੀ ਹੁਣ ਮਹਾਰਾਜ ਸਾਹਿਬ ਆਏ ਜਦੋਂ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋਏ ਪਏ ਆ, ਸਰਸਾ ਦੇ ਘਾਟ 'ਤੇ ਜੰਗ ਕਰਦਿਆਂ ਹੋਏ ਆ। ਨਿਹੰਗ ਖਾਂ ਨੇ ਆਖਿਆ ਮਹਾਰਾਜ ਕੋਈ ਸੇਵਾ ਬਖਸ਼ੋ, ਅਤੇ ਸਤਿਗੁਰੂ ਕਹਿਣ ਲੱਗੇ ਸਾਡਾ ਸਿੰਘ ਹੈ ਭਾਈ ਬਚਿੱਤਰ ਸਿੰਘ, ਜਿੰਨਾ ਚਿਰ ਇਹਦਾ ਜੀਵਨ ਹੈ ਇਹਦੀ ਸੇਵਾ ਕਰੋ। ਉਸ ਦੀ ਸੇਵਾ ਕੀਤੀ ਸਾਧ ਸੰਗਤ ਜੀ, ਉਸ ਦੇ ਪਰਿਵਾਰ ਨੇ। ਮਹਾਰਾਜ ਸਾਹਿਬ ਉੱਥੋਂ ਅੱਗੇ ਚੱਲ ਪਏ ਅਤੇ ਬਾਅਦ ਵਿੱਚ ਉੱਥੇ ਫੌਜ ਨੇ ਤਲਾਸ਼ੀ ਵੀ ਉਹਦੇ ਘਰ ਵਿੱਚ ਕੀਤੀ। ਬਾਕੀ ਸਾਰੇ ਕਮਰਿਆਂ ਦੀ ਉਹਨੇ ਤਲਾਸ਼ੀ ਕਰਾਈ। ਆਪਣੀ ਪੁੱਤਰੀ ਬੀਬੀ ਮੁਮਤਾਜ ਨੂੰ ਇਹ ਗੱਲ ਉਹਨੇ ਸਿਖਾ ਦਿੱਤੀ ਸੀ ਵੀ ਜੇ ਸਿਪਾਹੀ ਆਉਣਗੇ ਮੈਂ ਆਖਣਾ ਵਾ ਵੀ ਇਸ ਕਮਰੇ ਵਿੱਚ ਮੇਰਾ ਧੀ ਜਵਾਈ ਬੈਠੇ ਹੋਏ ਆ। ਆਪਣੀ ਪੁੱਤਰੀ ਬੀਬੀ ਮੁਮਤਾਜ ਨੂੰ, ਜਿਹੜੀ ਜਵਾਨ ਸੀ ਤੇ ਮੰਗੀ ਹੋਈ ਸੀ, ਹਾਲੇ ਨਿਕਾਹ ਨਹੀਂ ਸੀ ਉਹਦਾ ਹੋਇਆ, ਵਿਆਹ ਨਹੀਂ ਸੀ ਹੋਇਆ, ਮੰਗੀ ਹੋਈ ਸੀ। ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਨ, ਖੂਨ ਜਿਹੜਾ ਹੈ ਉਹ ਵਗਿਆ ਹੋਇਆ, ਲੱਥ-ਪੱਥ ਹੋਏ ਖੂਨ ਦੇ ਨਾਲ, ਤੇ ਉਹ ਪੱਟੀਆਂ ਕਰ ਰਹੀ ਹੈ ਤੇ ਸੇਵਾ ਦੇ ਵਿੱਚ ਹਾਜ਼ਰ ਹੈ। ਜਦੋਂ ਸਿਪਾਹੀਆਂ ਨੇ ਬਾਕੀ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਤੇ ਉਸ ਕਮਰੇ ਨੂੰ ਵੇਖਣ ਵਾਸਤੇ ਗਏ, ਆਖਿਆ ਜੀ ਇਸ ਕਮਰੇ ਵਿੱਚ ਮੇਰੇ ਧੀ ਜਵਾਈ ਹਨ, ਜੇ ਤੁਸੀਂ ਕਹਿੰਦੇ ਹੋ ਤੇ ਮੈਂ ਵਿਖਾ ਦਿੰਦਾ ਹਾਂ, ਨਹੀਂ ਤੇ ਇੱਥੋਂ ਹੀ ਵੇਖ ਲਓ। ਕਹਿੰਦੇ ਤੁਸੀਂ ਆਵਾਜ਼ ਮਾਰੋ। ਆਵਾਜ਼ ਮਾਰੀ ਤੇ ਨਿਹੰਗ ਖਾਂ ਕੋਟਲੇ ਵਾਲੇ ਦੀ ਪੁੱਤਰੀ ਬੀਬੀ ਮੁਮਤਾਜ ਨੇ ਆਖਿਆ ਜੀ ਅੱਬੂ ਜਾਨ ਹੁਣ ਇਹ ਆਰਾਮ ਕਰ ਰਹੇ ਹਨ, ਵੀ ਮੇਰੇ ਪਤੀ ਆਰਾਮ ਕਰ ਰਹੇ ਹਨ। ਤਾਂ ਸਿਪਾਹੀਆਂ ਨੇ ਆਖਿਆ ਠੀਕ ਹੀ, ਅੰਦਰ ਧੀ ਜਵਾਈ ਹੈ। ਉਹਨਾਂ ਨੇ ਉਸ ਕਮਰੇ ਦੀ ਤਲਾਸ਼ੀ ਨਹੀਂ ਲਈ ਤੇ ਅੱਗੇ ਚਲੇ ਜਾਂਦੇ ਆ। ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਬਹੁਤੇ ਜ਼ਿਆਦਾ ਸਖਤ ਜ਼ਖਮੀ ਸੀ, ਨਿਹੰਗ ਖਾਂ ਦੇ ਘਰੇ ਹੀ ਪ੍ਰਾਣ ਤਿਆਗ ਜਾਂਦੇ। ਫਿਰ ਨਿਹੰਗ ਖਾਂ ਦਾ ਪਰਿਵਾਰ ਹੀ ਤੇ ਜ਼ਿਕਰ ਆਉਂਦਾ ਕੁਝ ਹੋਰ ਵੀ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਵੀ ਇੱਧਰ ਆਏ ਮਹਾਰਾਜ ਮਿਲਣ ਵਾਸਤੇ। ਦੋ ਸਿੰਘ ਆਉਂਦੇ ਆ ਤੇ ਨਿਹੰਗ ਖਾਂ ਉਹਨਾਂ ਨੂੰ ਬੇਨਤੀ ਕਰਕੇ ਭਾਈ ਬਚਿੱਤਰ ਸਿੰਘ ਜੀ ਦਾ ਅੰਤਮ ਸੰਸਕਾਰ ਕਰਦਾ ਆਪਣੇ ਘਰ ਦੇ ਵਿੱਚ ਰਾਤ ਦੇ ਮੌਕੇ। ਤਾਂ ਮਹਾਰਾਜ ਥੋੜ੍ਹਾ ਜਿਹਾ ਸਮਾਂ ਉਸ ਦਿਨ ਉੱਥੇ ਠਹਿਰੇ ਸਨ, ਆਪਣੇ ਕੁਝ ਸ਼ਸਤਰ ਵੀ ਉਹਨਾਂ ਨੂੰ ਦਿੱਤੇ। ਭਾਈ ਬਚਿੱਤਰ ਸਿੰਘ ਜੀ ਦੇ ਸ਼ਸਤਰ ਵੀ ਉਸ ਪਰਿਵਾਰ ਕੋਲੇ ਰਹੇ। ਫਿਰ ਉਹ ਬੀਬੀ ਮੁਮਤਾਜ ਉਸ ਨਿਹੰਗ ਖਾਂ ਪਠਾਨ ਦੀ ਧੀ, ਜਦੋਂ ਉਹਦਾ ਮੁੜ ਕੇ ਨਿਕਾਹ ਕਰਨਾ ਚਾਹਿਆ ਨਾ ਨਿਹੰਗ ਖਾਂ ਨੇ, ਉਹਨੇ ਆਖਿਆ ਪਿਤਾ ਜੀ, ਉਹ ਅੱਬੂ ਕਹਿੰਦੇ, ਅੱਬਾ ਕਹਿੰਦੇ ਪਿਤਾ ਨੂੰ ਮੁਸਲਮਾਨੀ ਬੋਲੀ ਦੇ ਵਿੱਚ। ਉਹਨੇ ਆਖਿਆ ਅੱਬਾ ਤੁਸੀਂ ਤਾਂ ਇਹ ਗੱਲ ਕਹੀ ਸੀ ਅੰਦਰ ਮੇਰੇ ਧੀ ਜਵਾਈ ਬੈਠੇ ਆ, ਇਸ ਕਰਕੇ ਹੁਣ ਮੈਂ ਕੋਈ ਨਿਕਾਹ ਨਹੀਂ ਕਰਾਉਣਾ, ਮੇਰੇ ਪਤੀ ਤਾਂ ਸ਼ਹੀਦ ਹੋ ਗਏ ਆ, ਉਹਨਾਂ ਦਾ ਤੇ ਆਪਾਂ ਸੰਸਕਾਰ ਕਰ ਦਿੱਤਾ ਹੈ। ਤੇ ਫਿਰ ਉਹਨੇ ਸਾਰਾ ਜੀਵਨ ਨਾਮ ਜਪਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਿਆਨ ਦੇ ਵਿੱਚ ਉੱਚਾ ਸੁੱਚਾ ਜੀਵਨ ਰੱਖ ਕਰਕੇ ਬਤੀਤ ਕੀਤਾ ਉਸ ਪਠਾਨ ਦੀ ਪੁੱਤਰੀ ਨੇ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਕਿਸੇ ਧਰਮ ਦੇ ਨਾਲ, ਕਿਸੇ ਜਾਤੀ ਦੇ ਨਾਲ, ਕਿਸੇ ਮਜ਼ਹਬ ਦੇ ਨਾਲ ਕੋਈ ਵਖਰੇਵਾ ਨਹੀਂ ਸੀ। ਜਿੱਥੇ ਲੱਖਾਂ ਫੌਜ ਜ਼ਾਲਮ ਬਣ ਕੇ, ਜਾਬਰ ਬਣ ਕੇ, ਵਿਰੋਧੀ ਬਣ ਕੇ, ਦੁਸ਼ਮਣ ਬਣ ਕੇ ਮਹਾਰਾਜ ਦੇ ਪਿੱਛੇ ਪਏ ਹੋਏ ਆ, ਤੇ ਉੱਥੇ ਵੇਖੋ ਐਸੇ ਵੀ ਆ ਜਿਹੜੇ ਆਪਣੀ ਜਾਨ ਤੇ ਖੇਲ ਕਰਕੇ ਮਹਾਰਾਜ ਦੀ ਸੇਵਾ ਕਰਦੇ ਆ, ਤੇ ਜਿਨ੍ਹਾਂ ਨੇ ਫਿਰ ਸਾਰਾ ਜੀਵਨ ਗੁਰੂ ਕੇ ਪਿਆਰ ਵਿੱਚ ਹੀ ਬਤੀਤ ਕੀਤਾ। 131 ਸਾਲ ਦੀ ਉਮਰ ਹੋਈ ਫਿਰ ਬੀਬੀ ਮੁਮਤਾਜ ਦੀ। ਉਹਨੇ ਨਿਕਾਹ ਨਹੀਂ ਕਰਾਇਆ, ਵਿਆਹ ਨਹੀਂ ਕਰਾਇਆ, 131 ਸਾਲ ਦੀ ਸਰੀਰ ਕਾਰਬਲਾ ਉੱਚੀ ਸੁੱਚੀ ਬਤੀਤ ਕੀਤੀ। ਔਰ ਬੀਬੀ ਮੁਮਤਾਜ ਦਾ ਸਥਾਨ ਬਣਿਆ ਹੋਇਆ ਉਧਰ ਚੰਡੀਗੜ੍ਹ ਇਲਾਕੇ ਦੇ ਵਿੱਚ, ਉਹਨਾਂ ਦੇ ਨਾਮ ਤੇ ਦਰਬਾਰ ਸਾਹਿਬ ਸੋਭਾ ਪਾਉਂਦਾ ਹੈ, ਜਿਨ੍ਹਾਂ ਨੇ ਸਾਰਾ ਜੀਵਨ ਜਪ ਤਪ ਕਰਦਿਆਂ ਬਤੀਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਵਿੱਚ। ਸਤਿਗੁਰੂ ਜੀ ਇਹ ਸਤਪੋਹ ਦਾ ਸਾਰਾ ਦਿਨ ਸਫ਼ਰ ਕਰਦੇ, ਤੇ ਸਤਪੋਹ ਦੀ ਸ਼ਾਮ ਨੂੰ, ਜਿਹੜਾ ਕੱਲ੍ਹ ਵਾਲਾ ਦਿਨ ਲੰਘਿਆ, ਸ਼ਾਮ ਨੂੰ ਮਹਾਰਾਜ ਚਮਕੌਰ ਦੇ ਵਿੱਚ ਪਹੁੰਚ ਜਾਂਦੇ, ਚਮਕੌਰ ਨਗਰ ਵਿੱਚ। ਉੱਥੋਂ ਦੇ ਚੌਧਰੀ ਨਾਲ ਗੱਲਬਾਤ ਕਰਕੇ, ਲੰਮਾ ਇਤਿਹਾਸ ਹੈ। ਨਗਰ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਥਾਂ ਸੀ, ਤੇ ਉੱਚੀ ਥਾਂ ਦੇ ਉੱਤੇ ਉੱਚੀ ਹਵੇਲੀ ਸੀ 2 ਮੰਜ਼ਲੀ, ਜਿਹਨੂੰ ਇਤਿਹਾਸ ਵਿੱਚ ਕੱਚੀ ਗੜ੍ਹੀ ਆਖਿਆ ਹੈ, ਉਹਦੇ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਭਰਾਵਾਂ ਦੀ ਸਾਂਝੀ ਜ਼ਿਮੀਂਦਾਰਾਂ ਦੀ ਹਵੇਲੀ ਸੀ। ਇੱਕ ਭਰਾ ਜਿਹੜਾ ਸੀ ਉਹ ਗਰੀਬ ਸੀ, ਕਮਜ਼ੋਰ ਸੀ,
ਉਹਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਕੁਝ ਪੈਸੇ ਦੇ ਦਿਓ ਤੇ ਇਹਦੇ 'ਚ ਮੇਰਾ ਵੀ ਹਿੱਸਾ ਹੈ, ਮੈਂ ਤੁਹਾਨੂੰ ਦੇ ਦਿੰਦਾ। ਇਤਿਹਾਸ ਕਹਿੰਦਾ ਹੈ ਫਿਰ ਸਤਿਗੁਰੂ ਸਾਹਿਬ ਜੀ ਨੇ ਸੋਨੇ ਦੀਆਂ ਮੋਹਰਾਂ ਉਸ ਨੂੰ ਦਿੱਤੀਆਂ ਤੇ ਉਸ ਗੜੀ ਵਿੱਚ ਮਹਾਰਾਜ ਸਾਹਿਬ ਜੀ ਨੇ ਪ੍ਰਵੇਸ਼ ਕੀਤਾ। ਬਾਕੀ ਸਾਰਿਆਂ ਨੂੰ ਵੀ ਕਹਿ ਦਿੱਤਾ ਵੀ ਇੱਥੇ ਹੁਣ ਜੰਗ ਹੋਵੇਗਾ, ਤੁਸੀਂ ਇੱਥੋਂ ਕਿਨਾਰਾ ਕਰ ਜਾਓ। ਸਾਰੇ ਬਾਹਰ ਹੋ ਗਏ ਮਾਈ ਭਾਈ। ਤਾਂ ਮਹਾਰਾਜ ਨਾਲ 40 ਸਿੰਘ ਵਾ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਜਿਹੜੀਆਂ ਕੱਲ ਰਾਤੀ ਸ਼ਾਮਾਂ ਪਈਆਂ। ਇਹ ਸ਼ਾਮ ਦੇ ਵੇਲੇ, ਸੰਧਿਆ ਵੇਲੇ ਉਸ ਗੜੀ ਵਿੱਚ, ਉਸ ਹਵੇਲੀ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਜੀ, ਜਿਸ ਦਾ ਜ਼ਿਕਰ ਜੋਗੀ ਅੱਲਾ ਯਾਰ ਖਾਂ ਨੇ ਵੀ ਕੀਤਾ। ਉਹ ਕਹਿੰਦਾ ਹੈ, ਜਬ 1.5 ਘੜੀ ਰਾਤ ਗਈ ਜ਼ਿਕਰੇ ਖੁਦਾ ਮੇਂ, जब 1.5 घड़ी रात गई जिक्रे खुदा में, खैमे से निकले आए सरकार हवा में, कदमों से टहलते थे मगर दिल था दुआ में, बोले ऐ खुदावंद खुश हूँ तेरी रजा में, करतार से कहते थे गोया रूबरू होकर, कल जाऊँगा चमकौर से मैं सुरखरू होकर। ये शाम ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਮਹਾਰਾਜ ਨੇ ਜਦੋਂ ਉਹ ਹਵੇਲੀ ਵਿੱਚ ਟਹਿਲੇ ਵਿਚਰੇ ਤੇ ਉਸ ਵੇਲੇ ਗਰੀਬ ਨਵਾਜ ਨੇ ਆਖਿਆ ਵੀ ਕੱਲ ਨੂੰ ਇੱਥੋਂ ਚਮਕੌਰ ਤੋਂ ਮੈਂ ਸੁਰਖਰੂ ਹੋ ਕੇ ਜਾਵਾਂਗਾ। ਇਹ ਰਾਤ ਉਸ ਗੜੀ ਵਿੱਚ ਮਹਾਰਾਜ ਨੇ ਬਤੀਤ ਕੀਤੀ। ਅੱਜ ਵੀ ਜਦੋਂ ਅਸੀਂ ਉਸ ਸਥਾਨ ਤੇ ਜਾਂਦੇ ਹਾਂ ਤੇ ਸਾਰੇ ਪਿੰਡ ਦੇ ਨਾਲੋਂ ਉਹ ਥਾਂ ਉੱਚਾ ਹੈ, ਉਹਦੀ ਜ਼ਮੀਨ ਹੀ ਉੱਚੀ ਹੈ। ਜ਼ਮੀਨ ਵਾਲਾ ਜਿਹੜਾ ਟਿਕਾਣਾ ਹੈ ਉਹੀ ਸਾਰੇ ਪਿੰਡ ਨਾਲੋਂ ਉੱਚਾ ਹੈ। ਬਾਕੀ ਸਾਰੇ ਪਿੰਡ ਦੇ ਕੋਠਿਆਂ ਦੇ ਮਕਾਨਾਂ ਦੇ ਬਰਾਬਰ ਤੇ ਉਹਦਾ ਜ਼ਮੀਨ ਦਾ ਥੱਲੜਾ ਹੀ ਸਹੀ ਹੈ ਉਸ ਥਾਂ ਦਾ। ਫਿਰ ਉੱਥੇ ਗੜੀ ਸੀ, ਯਾਨੀ ਕਿ ਜਿੰਨਾ ਉੱਚਾ ਹੁਣ ਉੱਥੇ ਦਰਬਾਰ ਬਣਿਆ ਐਡੀ ਉੱਚੀ ਉੱਥੇ ਗੜੀ ਸੀ। ਤਾਂ ਉੱਥੇ ਜਦੋਂ ਆਪਾਂ ਉਸ ਕੰਧ ਤੇ ਜਾ ਕੇ, ਜਿਹੜੀ ਪਿਛਲੇ ਪਾਸੇ ਦਰਬਾਰ ਸਾਹਿਬ ਦੇ ਕੰਧ ਹੈ, ਉਹਦੇ 'ਚ ਚੜ੍ਹ ਕੇ ਜਦੋਂ ਖੇਤਾਂ ਵੱਲ ਨੂੰ ਵੇਖਦੇ ਹਾਂ ਤੇ ਜਿੰਨਾ ਚੁਬਾਰਾ ਨੀਵਾਂ ਹੁੰਦਾ ਇੰਨਾ ਨੀਵਾਂ ਥਾਂ ਪਿਛਲੇ ਪਾਸੇ ਨੂੰ ਹੈ। ਕਹਿਣ ਤੋਂ ਭਾਵ ਬਾਕੀ ਸਾਰਾ ਥਾਂ ਨੀਵਾਂ ਸੀ, ਪਿੰਡ ਨਾਲੋਂ ਉਹ ਥਾਂ ਵੀ ਉੱਚਾ ਸੀ ਤੇ ਉੱਥੇ 2 ਮੰਜ਼ਲੀ ਜਿਹੜੀ ਹਵੇਲੀ ਸੀ ਜਿਸ ਨੂੰ ਕੱਚੀ ਗੜੀ ਆਖਿਆ। ਮਹਾਰਾਜ ਸਾਹਿਬ ਜੀ ਨੇ ਉੱਥੇ ਦਿਨ ਚੜ੍ਹਿਆ, ਅੱਜ ਦਾ ਰਾਤ ਲੰਘੀ ਹੈ ਤੇ 4 ਚੁਫੇਰੇ ਫੌਜ ਨੇ ਘੇਰਾ ਪਾਇਆ ਹੋਇਆ ਹੈ। ਇਤਿਹਾਸ ਕਹਿੰਦਾ 4 ਚੁਫੇਰੇ ਫੌਜ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਸਮੁੰਦਰ ਠਾਠਾਂ ਮਾਰਦਾ ਹੈ ਲੱਖਾਂ ਦੀ ਗਿਣਤੀ ਵਿੱਚ, ਤੇ ਵਿੱਚ ਜਿਵੇਂ ਇੱਕ ਨਿੱਕਾ ਜਿਹਾ ਪਹਾੜ ਹੈ, ਉਹ ਗੜੀ ਇਸ ਤਰ੍ਹਾਂ ਲੱਗਦੀ ਹੈ, ਚਮਕੌਰ ਨਗਰ ਵਾਲੀ ਗੜੀ। ਤਾਂ 4 ਚੁਫੇਰੇ ਠਾਠਾਂ ਮਾਰਦਾ ਫੌਜ ਦਾ ਸਮੁੰਦਰ ਹੈ। 10 ਲੱਖ ਫੌਜ ਤਾਂ ਉਹੀ ਸੀ ਜਿਹੜੀ ਅਨੰਦਪੁਰ ਸਾਹਿਬ ਘੇਰਾ ਪਾ ਕੇ ਬੈਠੀ ਸੀ, ਜਿਨ੍ਹਾਂ ਨੇ ਕਸਮਾਂ ਖਾਧੀਆਂ ਵਾ, ਪਹਾੜੀਆਂ ਨੇ, ਖਵਾਜੇ ਮਰਦੂਦ ਨੇ, ਔਰੰਗਜ਼ੇਬ ਨੇ, ਖੁਦਾ ਦੀ, ਕੁਰਾਨ ਦੀ, ਤੇ ਇਸੇ ਤਰ੍ਹਾਂ ਪੈਗੰਬਰ ਮੁਹੰਮਦ ਸਾਹਿਬ ਦੀ ਕਸਮ ਖਾਧੀ। ਪਹਾੜੀਆਂ ਨੇ ਕਸਮਾਂ ਖਾਧੀਆਂ। 10 ਲੱਖ ਫੌਜ ਤੇ ਉਹਨਾਂ ਹੀ ਆ ਕੇ ਘੇਰਾ ਪਾਇਆ। ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਬਚਨ ਆਇਆ ਵੀ ਖਵਾਜੇ ਮਰਦੂਦ ਨੇ 10 ਲੱਖ ਫੌਜ ਦਿੱਲੀੋਂ ਹੋਰ ਮੰਗਾਈ ਸੀ, ਜਿਸ ਦਾ ਜ਼ਿਕਰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਜਫਰਨਾਮੇ 'ਚ ਵੀ 10 ਲੱਖ ਫੌਜ ਦਾ ਕੀਤਾ ਵੀ ਜਿਸ ਦਾ ਸਾਨੂੰ ਪਤਾ ਹੀ ਨਹੀਂ ਸੀ, ਜਿਹੜੀ ਬੇਖਬਰੀ ਆ ਗਈ। ਇਸ ਫੌਜ ਦਾ ਤੇ ਮਹਾਰਾਜ ਨੂੰ ਪਤਾ ਹੀ ਸੀ ਨਾ, ਜਿਹੜੀ 7 ਮਹੀਨਿਆਂ ਦਾ ਘੇਰਾ ਪਾ ਕੇ ਬੈਠੀ ਹੈ, ਜਿਨ੍ਹਾਂ ਨੇ ਕਸਮਾਂ ਤੋੜੀਆਂ, ਇਹਦੀ ਤੇ ਖਬਰ ਹੈ ਸੀ। ਪਰ ਜਿਹੜੀ ਦਿੱਲੀੋਂ 10 ਲੱਖ ਹੋਰ ਆਈ, ਮਹਾਰਾਜ ਕਹਿੰਦੇ ਉਹ ਤਾਂ ਬੇਖਬਰੀ ਆ ਗਈ, ਉਹਦੀ ਤਾਂ ਖਬਰ ਹੀ ਨਹੀਂ ਸੀ। ਜਫਰਨਾਮੇ ਦੇ ਬੋਲ ਆ, ਮਹਾਰਾਜ ਕਹਿੰਦੇ ਇੱਕ ਪਾਸੇ 40 ਭੁੱਖੇ ਤੇ ਇੱਕ ਪਾਸੇ ਬੇਖਬਰ 10 ਲੱਖ ਫੌਜ ਆਈ। ਗੁਰਸਨਾਹ ਚੇਕਾਰੇ ਕੁਨਦ ਚਹਿਲ ਨਾਰ ਕੇ 10 ਲੱਖ ਬਰਾਈਅਦ ਬਰੋ ਬੇਖਬਰ। ਬੇਖਬਰ 10 ਲੱਖ ਫੌਜ ਜਿਹੜੀ ਆਈ। ਤਾਂ ਅੱਜ ਦਾ ਦਿਨ ਚੜ੍ਹਿਆ ਸਾਧ ਸੰਗਤ ਜੀ, ਜਿਹੜਾ ਹੁਣ ਚੜ੍ਹ ਰਿਹਾ ਹੈ 8 ਪੋਹ ਦਾ ਦਿਨ। 4 ਚੁਫੇਰੇ ਫੌਜ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੜੀ ਦੀਆਂ ਚਾਰੇ ਬਾਈਆਂ ਵਿੱਚ ਇੱਕ ਬਾਈ ਨੂੰ 8 ਸਿੰਘਾਂ ਨੂੰ ਮਹਾਰਾਜ ਨੇ ਸੇਵਾ ਬਖਸ਼ੀ। 32 ਸਿੰਘਾਂ ਦੀ ਸੇਵਾ ਲਾਈ ਸਤਿਗੁਰੂ ਜੀ ਨੇ ਇਹ 4 ਕੰਧਾਂ ਦੇ, ਵੀ ਇੱਕ ਕੰਧ ਦੇ ਪਾਸੇ 8 ਸਿੰਘ ਹੋ ਜਾਓ ਤੇ ਅੰਦਰੋਂ ਹੀ ਤੀਰ ਚਲਾਓ, ਅੰਦਰੋਂ ਹੀ ਗੋਲੀਆਂ ਚਲਾਓ। ਤਾਂ ਮਹਾਰਾਜ ਸਾਹਿਬ ਜੀ ਦੇ ਸੂਰਬੀਰ ਫਿਰ ਅੰਦਰੋਂ ਹੀ ਯੁੱਧ ਕਰਨ ਲੱਗੇ। ਬਾਹਰੋਂ ਵੀ ਤੀਰ ਤੇ ਗੋਲੀਆਂ, ਉਹਨਾਂ ਦੀ ਵਿਛਾੜ ਗੜੀ ਦੇ ਉੱਤੇ ਹੁੰਦੀ ਹੈ ਤੇ ਅੰਦਰੋਂ ਸਿੰਘ ਗੋਲੀਆਂ ਤੇ ਤੀਰ ਚਲਾਉਂਦੇ ਹਨ। ਫਿਰ ਗੁਰੂ ਕੀ ਆਗਿਆ ਲੈ ਕਰਕੇ ਸਭ ਤੋਂ ਪਹਿਲਾਂ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ
ਉਹ ਮਹਾਰਾਜ ਸਾਹਿਬ ਤੋਂ ਆਗਿਆ ਲੈ ਕੇ ਉਹਨਾਂ ਦੀ ਵੱਡੇ ਦਰਵਾਜ਼ੇ ਤੇ ਡਿਊਟੀ ਲਾਈ ਸੀ। ਮਹਾਰਾਜ ਨੇ ਸੇਵਾ ਲਾਈ ਸੀ ਵੀ ਜਿਹੜਾ ਦਰਵਾਜ਼ੇ ਦੇ ਲਾਗੇ ਆਵੇ ਜਾਂ ਅੱਗੇ ਆਉਣ ਲੱਗੇ ਉਹਨੂੰ ਤੁਸੀਂ ਝਟਕਾ ਦੇਣਾ ਹੈ। ਫਿਰ ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਸਾਡਾ ਜੀ ਕਰਦਾ ਵੀ ਬਾਹਰ ਜਾ ਕੇ ਜੰਗ ਕਰੀਏ। ਸਤਿਗੁਰੂ ਜੀ ਨੇ ਆਗਿਆ ਦਿੱਤੀ ਤੇ ਉਹ ਸਿੰਘਾਂ ਨੇ ਅੱਜ 8 ਪੋਹ ਵਾਲੇ ਦਿਨ ਫਿਰ ਗੜੀ ਤੋਂ ਬਾਹਰ ਜਾ ਕੇ ਜੰਗ ਕੀਤਾ। ਫਿਰ ਹੋਰ ਸਿੰਘ ਗਏ। ਫਿਰ 5 ਪਿਆਰਿਆਂ ਵਿੱਚੋਂ ਪਿਆਰੇ ਮੋਹਕਮ ਸਿੰਘ ਜੀ ਗਏ, ਜਿਨ੍ਹਾਂ ਦੇ ਬਾਰੇ ਲਿਖਿਆ ਵੀ ਲੰਮਾ ਦਾੜਾ ਸੀ ਉਹਨਾਂ ਦਾ ਤੇ ਲੰਮੇ ਲੰਮੇ ਮਸ਼ਹਿਰੇ ਸੀ ਪਿਆਰੇ ਮੋਹਕਮ ਸਿੰਘ ਜੀ ਦੇ। ਤਾਂ ਉਹਨਾਂ ਨੇ ਜਾ ਕੇ ਫਿਰ ਐਸੇ ਯੁੱਧ ਕੀਤਾ ਹੈ, ਐਸੇ ਤੀਰ ਚਲਾਏ, ਐਸੀ ਕਿਰਪਾਨ ਚਲਾਈ ਕਿ ਕਲਗੀਧਰ ਪਾਤਸ਼ਾਹੀ ਦੇ ਬਚਨ ਪੂਰੇ ਕਰ ਦਿੱਤੇ। 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਭਾਈ ਪਿਆਰੇ ਮੋਹਕਮ ਸਿੰਘ ਜੀ ਸ਼ਹੀਦ ਹੁੰਦੇ ਆ ਤੇ ਫਿਰ ਦੋਵੇਂ ਪਿਆਰੇ ਗੁਰੂ ਸਾਹਿਬ ਜੀ ਦੇ ਅੱਗੇ ਆਉਂਦੇ ਆ, ਪਿਆਰੇ ਹਿੰਮਤ ਸਿੰਘ ਜੀ ਤੇ ਪਿਆਰੇ ਸਾਹਿਬ ਸਿੰਘ ਜੀ। ਉਹਨਾਂ ਬੇਨਤੀ ਕੀਤੀ, ਮਹਾਰਾਜ ਨੇ ਨਾਲ ਸਿੰਘ ਤੋਰੇ। ਤਾਂ ਐਸਾ ਜੂਝ ਕੇ ਸਾਧ ਸੰਗਤ ਜੀ ਜੰਗ ਕਰਦਿਆਂ ਹੋਇਆਂ ਤੇ ਤੁਰਕਾਂ ਤੇ ਪਹਾੜੀਆਂ ਨੂੰ ਮਾਰਦਿਆਂ ਹੋਇਆਂ ਇਹ ਗੁਰੂ ਕੇ ਲਾਲ ਵੀ ਸ਼ਹੀਦੀ ਪਾ ਗਏ। ਫਿਰ ਗੁਰੂ ਕਾ ਸਾਹਿਬਜ਼ਾਦਾ, ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਰਾਜ ਦੇ ਅੱਗੇ ਆਉਂਦੇ ਆ, ਆਪ ਬੇਨਤੀ ਕਰਦੇ ਆ ਵੀ ਸਤਿਗੁਰੂ ਜੀ ਕਿਰਪਾ ਕਰੋ, ਆਗਿਆ ਬਖਸ਼ੋ। ਜਿਵੇਂ ਬਾਕੀ ਸਿੰਘ ਸ਼ਹੀਦੀਆਂ ਪਾ ਰਹੇ ਆ, ਇਹਨਾਂ ਬੇਦੀਨਿਆਂ ਦੇ ਨਾਲ ਯੁੱਧ ਕਰ ਰਹੇ ਹਨ, ਤੁਰਕਾਂ ਦਾ ਖਾਤਮਾ ਕਰ ਰਹੇ ਆ, ਮੇਰੀ ਕੰਡ ਤੇ ਵੀ ਥਾਪੜਾ ਲਾਓ ਤੇ ਮੈਨੂੰ ਵੀ ਜਾਣ ਦੀ ਆਗਿਆ ਦਿਓ। ਤੇ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੁੰਦੇ ਆ ਤੇ ਕਹਿਣ ਲੱਗੇ ਵੀ ਜਾਓ। ਪਿਆਰ ਦਿੱਤਾ ਤੇ ਤੋਰਿਆ ਆਪਣੇ ਵੱਡੇ ਪੁੱਤਰ ਨੂੰ ਜੰਗ ਵੱਲ ਨੂੰ। ਤੀਰਾਂ ਦਾ ਭਰਿਆ ਹੋਇਆ ਭੱਥਾ ਹੈ ਬਾਬਾ ਅਜੀਤ ਸਿੰਘ ਜੀ ਦੇ ਕੋਲੇ, ਹੱਥ ਵਿੱਚ ਕਮਾਨ ਹੈ, ਗਾਤਰੇ ਕਿਰਪਾਨ ਹੈ, ਕਮਰ ਕੱਸੇ ਦੇ ਵਿੱਚ ਕਟਾਰ ਹੈ, ਬਰਸ਼ੀ ਹੈ, ਅਨੇਕਾਂ ਸ਼ਸਤਰ ਲੈ ਕਰਕੇ ਬਾਬਾ ਜੀ ਨਾਲ ਸਿੰਘਾਂ ਦਾ ਜਥਾ ਮਹਾਰਾਜ ਕਲਗੀਧਰ ਪਾਤਸ਼ਾਹ ਤੋਰਦੇ ਆ ਤੇ ਗੜੀ ਤੋਂ ਬਾਹਰ ਜਾਂਦੇ। ਪਹਿਲਾਂ ਤੇ ਤੀਰਾਂ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਯੁੱਧ ਕੀਤਾ ਤੇ ਪਰੋ ਕੇ ਰੱਖ ਦਿੱਤੇ। ਫਿਰ ਜਿਸ ਵੇਲੇ ਸਾਧ ਸੰਗਤ ਜੀ ਤੀਰ ਸਮਾਪਤ ਹੋ ਗਏ, ਮੁੱਕ ਗਏ, ਤੇ ਫਿਰ ਬਾਬਾ ਜੀ ਨੇ ਬਰਸ਼ੀ ਦੇ ਨਾਲ ਜੰਗ ਕੀਤਾ ਤੇ ਚੁੰਗੀਆਂ ਮਾਰ ਮਾਰ ਕੇ, ਛਾਲਾਂ ਮਾਰ ਮਾਰ ਕੇ, ਪੈਂਤੜੇ ਕੱਢ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਟੁੱਟ ਕੇ ਪੈਂਦੇ ਸਨ ਤੇ ਛਾਤੀਆਂ ਪਰੋ ਰੱਖੀ ਜਾਂਦੇ ਸਨ। ਤੇ ਜਿਸ ਵੇਲੇ ਇੱਕ ਪਠਾਨ ਨੇ ਉਹ ਲੋਹੇ ਦੀ ਸੰਜੋਗ ਪਾਈ ਹੋਈ ਸੀ ਬਰੀਕ ਤਾਰਾਂ ਦੀ, ਉਹਦੀ ਛਾਤੀ ਦੇ ਵਿੱਚ ਜ਼ੋਰ ਨਾਲ ਬਰਸ਼ੀ ਮਾਰੀ। ਜਦੋਂ ਖਿੱਚਣ ਲੱਗੇ ਤੇ ਫਾਲਾ ਵਿੱਚੇ ਹੀ ਰਹਿ ਗਿਆ ਸੀ ਤੇ ਡੰਡਾ ਹੱਥ ਵਿੱਚ ਆ ਗਿਆ, ਟੁੱਟ ਗਈ ਬਰਸ਼ੀ। ਤਾਂ ਉਹ ਜਿਹੜੀ ਟੁੱਟੀ ਹੋਈ ਬਰਸ਼ੀ ਉਹ ਥੱਲੇ ਸੁੱਟ ਦਿੱਤੀ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਥੱਲੇ ਪਈ ਹੋਈ ਉਹ ਜਿਹੜੀ ਟੁੱਟੀ ਬਰਸ਼ੀ ਇਸ ਤਰ੍ਹਾਂ ਲੱਗਦੀ ਹੈ ਵੀ ਨਾਗਨ ਅਨੇਕਾਂ ਨੂੰ ਡੰਗ ਮਾਰ ਕੇ ਹੁਣ ਧਰਤੀ ਤੇ ਪਈ ਹੈ। ਤੋ ਇਸ ਤਰੀਕੇ ਦੇ ਨਾਲ ਫਿਰ ਬਾਬਾ ਜੀ ਨੇ ਕਿਰਪਾਨ ਕੱਢੀ, ਫਿਰ ਕਿਰਪਾਨ ਦੇ ਨਾਲ ਯੁੱਧ ਕੀਤਾ, ਅਨੇਕਾਂ ਦੇ ਆਹੂ ਲਾ ਦਿੱਤੇ। ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਕਿਰਪਾਨ ਵੀ ਸਾਧ ਸੰਗਤ ਜੀ ਜੰਗ ਕਰਦਿਆਂ ਟੁੱਟ ਗਈ। ਵੇਖੋ ਕਿੰਨਾ ਬਲ ਸੀ ਬਾਬਾ ਜੀ ਦੇ ਵਿੱਚ, ਕਿੰਨੇ ਜ਼ੋਰ ਦੇ ਨਾਲ ਕਿਰਪਾਨ ਚਲਾਉਂਦੇ ਹੋਣਗੇ। ਕਿਰਪਾਨ ਵੀ ਟੁੱਟੀ ਹੈ ਬਰਸ਼ੀ ਤੋਂ ਬਾਅਦ। ਤੇ ਫਿਰ ਲਿਖਿਆ ਹੈ ਵੀ ਜਿਹੜਾ ਕਮਰ ਕੱਸੇ ਦਾ ਛੋਟਾ ਜਿਹਾ ਹਥਿਆਰ ਹੈ ਨਾ, ਕਟਾਰ, ਉਹ ਕਟਾਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਕੱਢੀ, ਉਹਦੇ ਨਾਲ ਕਈਆਂ ਦੀਆਂ ਛਾਤੀਆਂ ਪਰੋਈਆਂ। ਫਿਰ ਕਿੰਨੇ ਹੀ ਇੱਕੇ ਵਾਰ ਬਾਬਾ ਜੀ ਦੇ ਆਲੇ ਦੁਆਲੇ ਆ ਗਏ, ਕਿੰਨੇ ਬਰਸ਼ੇ ਤੇ ਕਿੰਨੇ ਤੀਰ ਬਾਬਾ ਜੀ ਦੇ ਚਲਾ ਦਿੱਤੇ। ਇੱਕ ਇੱਕ ਅੰਗ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਤੀਰ ਨਾਲ ਪਰੋਇਆ ਗਿਆ। ਗੋਲੀਆਂ ਕਿੰਨੀਆਂ ਕੁ ਵੱਜ ਗਈਆਂ, ਕਿੰਨੇ ਕੁ ਤੀਰ ਵੱਜ ਗਏ, ਕਿੰਨੇ ਕੁ ਬਰਸ਼ੇ ਬਾਬਾ ਜੀ ਦੀ ਛਾਤੀ ਵਿੱਚ ਵੱਜੇ। ਤੇ ਅਖੀਰਲੇ ਸਾਹ ਤੀਕ ਲੜਦਿਆਂ ਖੂਨ ਦਾ ਕਤਰਾ ਚੋ ਗਿਆ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਅੱਜ ਦੇ ਦਿਹਾੜੇ ਸਾਧ ਸੰਗਤ ਜੀ ਸ਼ਹਾਦਤ ਪ੍ਰਾਪਤ ਕਰ ਗਏ। ਉੱਚੀ ਅਟਾਰੀ ਤੇ ਬੈਠਿਆਂ ਕਲਗੀਧਰ ਪਾਤਸ਼ਾਹ ਨੇ ਜਕਾਰਾ ਬੁਲਾਇਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਚੜ੍ਹਾਈ ਕੀਤੇ, ਨਾਲ ਦੇ ਸਿੰਘ ਉਹਨਾਂ ਨੇ ਜੂਝ ਕਰਕੇ ਸ਼ਹੀਦੀਆਂ ਪਾਈਆਂ। ਤੇ ਉਸ ਵੇਲੇ ਫਿਰ ਬਾਬਾ ਜੁਝਾਰ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਆਏ, ਛੋਟੇ ਸਾਹਿਬਜ਼ਾਦੇ। ਉਹਨਾਂ ਨੇ ਆਖਿਆ, ਪਿਤਾ ਜੀ ਜਿੱਥੇ ਵੱਡਾ ਵੀਰ ਅਜੀਤ ਸਿੰਘ ਸ਼ਹੀਦੀ ਪਾ ਗਿਆ ਹੈ, ਹੋਰ ਅਨੇਕਾਂ ਸਿੰਘ ਸ਼ਹੀਦ ਹੋ ਰਹੇ ਹਨ, ਤੇ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ। ਕਹਿੰਦੇ ਹਨ ਗੁਰਮੁਖ ਪਿਆਰੇ ਕਿ ਬਾਬਾ ਜੀ ਨੇ ਉੱਚਾ ਦਮਾਲਾ ਸਜਾਇਆ ਹੋਇਆ ਹੈ।
ਜਿੱਥੇ ਕਲਗੀਧਰ ਪਾਤਸ਼ਾਹੀ ਦੇ ਸਾਹਮਣੇ ਆ ਕੇ ਖਲੋਤੇ ਸੀ ਨਾ, ਉੱਥੇ ਵੀ ਮਿੱਟੀ ਦੀ ਉੱਚੀ ਜੀ ਢੇਰੀ ਸੀ, ਟਿੱਬੀ ਜੀ ਬਣੀ ਹੋਈ ਸੀ, ਉਹਦੇ ਤੇ ਆ ਕੇ ਖਲੋਤੇ। ਮਨ ਵਿੱਚ ਖਿਆਲ ਸੀ ਵੀ ਕਿਤੇ ਪਿਤਾ ਜੀ ਕਹਿ ਨਾ ਦੇਣ ਵੀ ਜੁਝਾਰ ਸਿੰਘ ਤੇਰੀ ਉਮਰ ਛੋਟੀ ਹੈ, ਤੈਨੂੰ ਜੰਗ 'ਚ ਜਾਣ ਨਹੀਂ ਦੇਣਾ। ਪਰ ਵੀਰ ਰਸ ਨਾਲ ਐਨ ਭਰੇ ਹੋਏ ਬਾਬਾ ਜੁਝਾਰ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਰੋਮ ਰੋਮ ਵਿੱਚ ਵੀਰ ਰਸ ਹੈ, ਤੇ ਬਾਬਾ ਜੀ ਨੇ ਆਗਿਆ ਮੰਗੀ ਹੈ ਤੇ ਕਲਗੀਧਰ ਪਾਤਸ਼ਾਹ ਨੇ ਥਾਪੜਾ ਦਿੱਤਾ, ਪਿਆਰ ਕੀਤਾ, ਘੁੱਟ ਕੇ ਛਾਤੀ ਨਾਲ ਲਾਇਆ ਜੁਝਾਰ ਸਿੰਘ ਨੂੰ, ਤੇ ਮਹਾਰਾਜ ਸਾਹਿਬ ਨੇ ਤੋਰਿਆ ਆਪਣੇ ਪੁੱਤਰ ਨੂੰ। ਨਾਲ ਸਾਧ ਸੰਗਤ ਜੀ ਸਿੰਘ ਤੋਰੇ ਹਨ। ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਪਹਿਲਾਂ ਤੀਰਾਂ ਦੇ ਨਾਲ ਯੁੱਧ ਕੀਤਾ, ਫਿਰ ਕਿਰਪਾਨ ਦੇ ਨਾਲ ਯੁੱਧ ਕੀਤਾ। ਕਵੀ ਜੀ ਨੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਵੀ ਬਾਬਾ ਜੁਝਾਰ ਸਿੰਘ ਇਸ ਤਰ੍ਹਾਂ ਇੰਨੀ ਤੇਜ਼ ਤਲਵਾਰ ਚਲਾਉਂਦੇ ਸੀ ਨਾ ਕਿ ਦੁਸ਼ਮਣ ਦੀ ਫੌਜ ਖਿਆਲ ਕਰਦੀ ਸੀ ਵੀ ਸਾਡੇ ਤੇ ਅੱਜ ਕਿਆਮਤ ਦੀ ਰਾਤ ਆ ਗਈ ਹੈ, ਸਾਡੇ ਉੱਤੇ ਅੱਜ ਪਰਲੋ ਹੀ ਆ ਗਈ ਹੈ। ਜਿੱਧਰ ਪੈਂਦੇ ਆ ਉਧਰ ਆਊ ਲਾਈ ਜਾਂਦੇ ਬਾਬਾ ਜੁਝਾਰ ਸਿੰਘ ਜੀ, ਵੱਢ ਵੱਢ ਕੇ ਸੁੱਟੀ ਜਾਂਦੇ, ਬਿਜਲੀ ਦੀ ਤਰ੍ਹਾਂ ਪੈਂਦੇ ਹਨ। ਬਾਬਾ ਜੁਝਾਰ ਸਿੰਘ ਸਾਹਿਬ ਇੰਨੀ ਤੇਜ਼ ਤਲਵਾਰ ਚਲਾਈ ਬਾਬਾ ਜੀ ਨੇ, ਦੁਸ਼ਮਣਾਂ ਨੂੰ ਭਾਜੜਾ ਪਾ ਦਿੱਤੀਆਂ, ਕਦੀ ਇੱਧਰ ਕਦੀ ਉੱਧਰ। ਭਾਈ ਸਾਹਿਬ ਜੀ ਨੇ ਲਿਖਿਆ ਵੀ ਜਿਸ ਤਰ੍ਹਾਂ ਉਹ ਜਾਣੋ ਜੰਗ ਇੰਜ ਕਰ ਰਹੇ ਜਿਵੇਂ ਖੇਡ ਰਹੇ ਹੋਣ, ਉਹਨਾਂ ਦੀ ਉਮਰ ਵੀ ਖੇਡਣ ਦੀ ਸੀ, ਜਿਵੇਂ ਖੇਡ ਰਹੇ ਹੋਣ ਤੇ ਇਸ ਤਰੀਕੇ ਦੇ ਨਾਲ ਉਹ ਜੰਗ ਕਰ ਰਹੇ। ਉਂਝ ਮਹਾਰਾਜ ਨੇ ਗੁਰਬਾਣੀ 'ਚ ਇਹਨੂੰ ਖੇਡ ਵੀ ਆਖਿਆ ਹੈ। ਇਹ ਪ੍ਰੇਮ ਦੀ ਖੇਡ ਹੈ, ਇਹ ਧਰਮ ਦੀ ਖੇਡ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੇ ਗਲੀ ਮੇਰੀ ਆਓ। ਇਹ ਸਭ ਤੋਂ ਵੱਡੀ ਦੁਨੀਆ 'ਚ ਖੇਡ ਹੈ, ਸਿਰ ਤਲੀ ਤੇ ਰੱਖ ਖੇਡਣ ਵਾਲੀ ਖੇਡ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਬਾਬਾ ਜੀ ਨੇ ਅਨੇਕਾਂ ਦੁਸ਼ਮਣਾਂ ਨੂੰ ਉੱਥੇ ਸਾਧ ਸੰਗਤ ਜੀ ਮੌਤ ਦੇ ਘਾਟ ਉਤਾਰਿਆ। ਸਵਾ ਲੱਖ ਨਾਲ ਲੜਦੇ ਹੋਏ, ਕਈਆਂ ਦੇ ਆਹੂ ਲਾਉਂਦੇ ਹੋਏ, ਆਖਰਕਾਰ ਬਾਬਾ ਜੀ ਦਾ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸਰੀਰ ਵੀ ਛਲਣੀ ਹੋਇਆ। ਅਨੇਕਾਂ ਵਾਰ ਹੋਏ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਨਾਲ ਦੇ ਸਿੰਘ ਸ਼ਹੀਦ ਹੋਏ। ਗੜੀ ਵਿੱਚ ਵੇਖ ਰਹੇ ਆ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ, ਚੜ੍ਹਦੀ ਕਲਾ। ਔਰ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ ਤੇ ਕਹਿ ਰਹੇ ਹਨ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਜਿਸ ਵਾਹਿਗੁਰੂ ਦੀ ਇਹ ਵਸਤੂ ਸੀ ਉਹਦੇ ਅੱਗੇ ਭੇਟ ਕਰ ਦਿੱਤੀ ਹੈ। ਵਾਹਿਗੁਰੂ ਦੀ ਆਗਿਆ ਹੈ, ਅਕਾਲ ਪੁਰਖ ਦੀ ਆਗਿਆ ਹੈ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੰਘ ਅੱਜ ਦੇ ਦਿਨ ਸਾਧ ਸੰਗਤ ਜੀ, 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋਏ। ਪਿਆਰੇ ਮੋਹਕਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਸਾਹਿਬ ਸਿੰਘ। ਤੀਜੇ ਪਿਆਰੇ ਸੀ ਪਿਆਰੇ ਹਿੰਮਤ ਸਿੰਘ, ਚੌਥੇ ਸਨ ਪਿਆਰੇ ਮੋਹਕਮ ਸਿੰਘ ਤੇ 5ਵੇਂ ਪਿਆਰੇ ਸਾਹਿਬ ਸਿੰਘ। 5 ਪਿਆਰਿਆਂ ਚੋਂ 3 ਪਿਆਰਿਆਂ ਨੇ ਸ਼ਹੀਦੀ ਪਾਈ। ਫਿਰ ਸਾਧ ਸੰਗਤ ਜੀ 5 ਮੁਕਤਿਆਂ ਨੇ ਵੀ ਅੱਜ ਦੇ ਦਿਨ ਸ਼ਹੀਦੀ ਪਾਈ। 40 ਮੁਕਤੇ ਤਾਂ ਉਹ ਸਿੰਘ ਵਣ ਜਿਨ੍ਹਾਂ ਨੇ ਖਦਰਾਣੇ ਦੀ ਢਾਬ ਦੇ ਉੱਤੇ ਬਦਾਵਾ ਪੜਵਾਇਆ ਹੈ। ਭਾਈ ਮਹਾ ਸਿੰਘ ਦੇ ਸਾਥੀ, ਉਹਨਾਂ ਨੂੰ 40 ਮੁਕਤੇ ਕਿਹਾ ਜਾਂਦਾ, ਆਪਾਂ ਅਰਦਾਸ ਵਿੱਚ ਉਹਨਾਂ ਨੂੰ ਚੇਤੇ ਕਰਦੇ ਹਾਂ। ਤੇ 5 ਮੁਕਤੇ ਸਿੰਘ ਉਹ ਆ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਜਦੋਂ ਖਾਲਸੇ ਦੀ ਸਾਜਨਾ ਕੀਤੀ ਸੀ ਤੇ 5 ਪਿਆਰਿਆਂ ਦੇ ਤਾਈ ਅੰਮ੍ਰਿਤ ਮਹਾਰਾਜ ਨੇ ਸਭ ਤੋਂ ਪਹਿਲਾਂ ਛਕਾਇਆ, ਗਰੀਬ ਨਵਾਜ ਨੇ, ਫਿਰ 5 ਤੋਂ ਆਪ ਛਕਿਆ। ਉਹਨਾਂ 5 ਪਿਆਰਿਆਂ ਤੋਂ ਬਾਅਦ ਜਿਨ੍ਹਾਂ 5 ਨੇ ਅੰਮ੍ਰਿਤ ਛਕਿਆ ਸੀ, ਉਹਨਾਂ ਨੂੰ ਮਹਾਰਾਜ ਨੇ ਆਖਿਆ ਇਹ ਸਾਡੇ ਮੁਕਤੇ ਆ। ਬਹੁਤ ਘੱਟ ਸੰਗਤ ਨੂੰ 5 ਮੁਕਤਿਆਂ ਦਾ ਪਤਾ ਵਾ, ਵਿਰਲੇ ਸਿੰਘਾਂ ਨੂੰ ਪਤਾ ਜਿਹੜੇ ਇਤਿਹਾਸ ਪੜ੍ਹਦੇ ਜਾਂ ਸੁਣਦੇ। ਆਮ ਸੰਗਤ ਨੂੰ 5 ਮੁਕਤਿਆਂ ਦਾ ਨਹੀਂ ਗੀ ਜਾਣਕਾਰੀ। 5 ਮੁਕਤੇ ਉਹ ਜਿਨ੍ਹਾਂ ਨੇ ਖਾਲਸੇ ਦੀ ਸਾਜਨਾ ਵੇਲੇ 5 ਪਿਆਰਿਆਂ ਤੋਂ ਬਾਅਦ 5 ਨੇ ਅੰਮ੍ਰਿਤ ਛਕਿਆ ਸੀ, ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਇਹ 5 ਸਾਡੇ ਮੁਕਤੇ ਆ। ਭਾਈ ਈਸ਼ਰ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਇਹ 5 ਮੁਕਤੇ। ਔਰ ਇਹਨਾਂ 5 ਨੇ ਵੀ ਅੱਜ ਦੇ ਦਿਨ ਸ਼ਹੀਦੀ ਪਾਈ ਹੈ, ਚਮਕੌਰ ਦੀ ਗੜੀ ਤੋਂ ਬਾਹਰ ਨਿਕਲ ਕਰਕੇ। 40 ਦੇ ਵਿੱਚੋਂ ਅੰਦਰ 5 ਸਿੰਘ ਰਹਿ ਗਏ ਸੀ। ਅੱਜ ਸ਼ਾਮ ਨੂੰ ਸਾਰਾ ਦਿਨ ਜੰਗ ਹੋਇਆ ਤੇ ਫਿਰ ਅੰਦਰ 5 ਸਿੰਘ ਜਦੋਂ ਸੂਰਜ ਡੁੱਬ ਗਿਆ ਤੇ ਫਿਰ ਇੱਕੇ ਦਮ ਵੱਧ ਕੇ ਅੱਗੇ ਆਉਣ ਲੱਗੇ, ਬੜਾ ਤੁਰਕਾਨਾ ਇਕੱਠਾ ਹੋਇਆ।
ਤੇ ਉਹਨਾਂ ਨੂੰ ਪਤਾ ਵੀ ਸੀ ਵੀ ਅੰਦਰ ਮਹਾਰਾਜ ਦੇ ਕੋਲੇ ਇੰਨੇ ਕੁ ਪਿੰਡ ਵਾਲਿਆਂ ਨੇ ਵੀ ਦੱਸਿਆ ਸੀ, ਚਮਕੌਰ ਨਗਰ ਵਾਲਿਆਂ ਤੋਂ ਉਹਨਾਂ ਪੁੱਛਿਆ ਸੀ ਵੀ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਕਿੰਨੇ ਕੁ ਸਿੰਘ ਹਨ। ਉਹਨਾਂ ਆਖਿਆ ਸੀ ਵੀ 40-50 ਹੋਣਗੇ, ਉਹਦੇ ਵਿੱਚੋਂ ਵੀ ਕੁਝ ਫੱਟੜ ਵਾ। ਹੁਣ ਜਦੋਂ 35 ਸਿੰਘ ਅੱਜ ਸਾਰਾ ਦਿਨ ਜੰਗ ਕਰਦਿਆਂ ਸ਼ਹੀਦ ਹੋ ਗਏ, ਫਿਰ ਉਹਨਾਂ ਦਾ ਖਿਆਲ ਸੀ ਵੀ ਅੰਦਰ ਹੁਣ ਸਿਰਫ 5 ਕੁ ਸਿੰਘ ਆ ਗੁਰੂ ਗੋਬਿੰਦ ਸਿੰਘ ਦੇ ਕੋਲੇ, ਤੇ ਹੈ ਵੀ 5 ਕੀ ਸੀ ਵੀ 5-7 ਸਿੰਘ ਹੋਣਗੇ। ਤਾਂ ਇਸ ਕਰਕੇ 4 ਚੁਫੇਰਿਓਂ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਦੋਂ ਸ਼ਾਮਾਂ ਪਈਆਂ ਤੇ ਉਦੋਂ ਤੁਰਕਾਨਾ ਉਹ ਵੱਧ ਕੇ ਗੜੀ ਵੱਲ ਨੂੰ ਆਇਆ। ਅੰਦਰ ਜਿਹੜੇ 5 ਸਿੰਘ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਜੀ, ਉਹਨਾਂ ਬੇਨਤੀ ਕੀਤੀ ਮਹਾਰਾਜ ਤੁਰਕ ਤਾਂ ਸਾਰੇ ਵੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਗੜੀ ਵੱਲ ਨੂੰ ਆ ਰਹੇ ਆ, ਤੇ ਸਤਿਗੁਰੂ ਹੁਣ ਕੀ ਕੀਤਾ ਜਾਵੇ? ਬਾਹਰ ਨਿਕਲ ਕੇ ਜੰਗ ਕੀਤਾ ਜਾਵੇ, ਕੀ ਆਗਿਆ ਹੈ? ਜੋ ਆਗਿਆ ਹੋਵੇਗੀ ਉਸੇ ਤਰ੍ਹਾਂ ਕਰਾਂਗੇ, ਕਿਉਂਕਿ ਤੁਰਕ ਮਹਾਰਾਜ ਅੱਗੇ ਵੱਧਦੇ ਆਉਂਦੇ ਹਨ, ਪਹਾੜੀਆਂ ਦੀ ਫੌਜ ਵੱਧਦੀ ਆਉਂਦੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਗੜੀ ਵੱਲ ਨੂੰ ਆ ਰਹੇ ਆ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਸਿੰਘੋ ਹੁਣ ਅਸੀਂ ਤੀਰ ਛੱਡਦੇ ਹਾਂ। ਵੇਖੋ ਤੁਸੀਂ, ਪਹਿਲਾਂ ਵੀ ਮਹਾਰਾਜ ਨੇ ਤੀਰ ਚਲਾਏ ਸੀ, ਸਾਰਾ ਦਿਨ ਜਦੋਂ ਜੰਗ ਹੋਇਆ ਟਾਰੀ ਤੇ ਉੱਤੇ ਬੈਠ ਕੇ ਤੀਰ ਚਲਾਉਂਦੇ ਰਹੇ, ਤੇ ਮਹਾਰਾਜ ਸਾਹਿਬ ਇੱਕ ਇੱਕ ਨੂੰ, ਦੋਹਾਂ ਨੂੰ, ਚੌਹਾਂ ਨੂੰ, ਦਸਾਂ ਨੂੰ ਇੱਕ ਤੀਰ ਨਾਲ ਵਿੰਨ ਦਿੰਦੇ ਸਨ। ਹੁਣ ਜਦੋਂ ਸ਼ਾਮਾਂ ਨੂੰ ਸੂਰਜ ਡੁੱਬਣ ਵੇਲੇ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਗੜੀ ਵੱਲ ਨੂੰ ਆਏ, ਤੇ ਮਹਾਰਾਜ ਕਹਿੰਦੇ ਸਿੰਘੋ ਵੇਖੋ ਅਸੀਂ ਤੀਰ ਛੱਡਦੇ ਹਾਂ। ਤੇ ਸਤਿਗੁਰੂ ਜੀ ਨੇ ਤੀਰ ਛੱਡਿਆ ਇੱਕੋ ਹੀ, ਤੇ 10,000 ਪਰੋ ਦਿੱਤਾ ਸੀ। 10,000 ਤੁਰਕਾਨਾ ਇਤਿਹਾਸ ਵਿੱਚ ਲਿਖਿਆ, ਇੱਕ ਤੀਰ ਨਾਲ ਮਹਾਰਾਜ ਨੇ ਪਰੋਇਆ ਸੀ। ਗਰੀਬ ਨਵਾਜ ਸਾਹਿਬ ਜੀ ਨੇ ਜਦੋਂ 10,000 ਦੀ ਲੱਗੀ ਨਾ ਢੇਰੀ, ਪਛਾਂ ਮੁੱਧੜੇ ਮੂੰਹ ਡਿੱਗਾ 10,000 ਸਿਪਾਹੀ, ਤੇ ਜਿੰਨੇ ਸੀ ਫਿਰ ਲੱਖਾਂ ਦੀ ਗਿਣਤੀ ਵਿੱਚ ਉੱਥੇ ਹੀ ਠੰਬਰ ਗਏ, ਉੱਥੇ ਹੀ ਉਹ ਅਟਕ ਗਏ, ਰੁਕ ਗਏ ਸਾਰਿਆਂ ਦੇ ਪੈਰ, ਤੇ ਹੈਰਾਨ ਹੋ ਗਏ ਵੀ ਅੰਦਰ ਤਾਂ ਖਿਆਲ ਕੀਤਾ ਸੀ ਗਿਣਤੀ ਵਿੱਚ ਹੀ ਸਿੰਘ ਵਾ ਗੁਰੂ ਸਾਹਿਬ ਦੇ ਪਾਸ, ਤੇ ਸਾਡੇ ਤੇ ਹਜ਼ਾਰਾਂ ਦੀ ਗਿਣਤੀ 'ਚ ਫੌਜ ਮਾਰ ਦਿੱਤੀ ਹੈ। ਇੱਕ ਤੀਰ ਨਾਲ 10,000 ਮਾਰਿਆ ਸੀ ਮਹਾਰਾਜ ਨੇ। ਜੇ ਚਾਹੁੰਦੇ ਅਨੰਦਪੁਰ ਸਾਹਿਬ ਵੀ ਆਖਿਆ ਸੀ ਪਾਰਸ ਭੇਟ ਕਰਨ ਵਾਲੇ ਸਿੱਖ ਨੂੰ, ਕਹਿੰਦੇ ਵੀ ਜੇ ਚਾਹੀਏ ਤੇ ਇੱਕ ਤੀਰ ਨਾਲ ਸਾਰੇ ਹੀ ਮਾਰ ਸਕਦੇ ਆ, ਇਹ 10 ਲੱਖ ਦੇ 10 ਲੱਖ ਹੀ। ਪਰ ਵਾਹਿਗੁਰੂ ਦਾ ਭਾਣਾ ਹੈ, ਇਸ ਤਰ੍ਹਾਂ ਮਹਾਰਾਜ ਕਹਿੰਦੇ ਕੌਤਕ ਵਿਖਾਉਣਾ ਨਹੀਂ, ਇੰਜ ਕਰਨਾ ਨਹੀਂ, ਕਿਉਂਕਿ ਸਤਿਗੁਰੂ ਤੇ ਜੇ ਫੁਰਨਾ ਕਰਨ ਤੇ ਸ੍ਰਿਸ਼ਟੀ ਪੈਦਾ ਕਰ ਦਿੰਦੇ ਆ, ਫੁਰਨਾ ਕਰਨ ਤੇ ਸਭ ਕੁਝ ਸਮਾਪਤ ਕਰ ਦਿੰਦੇ ਆ। ਤੇ ਮਹਾਰਾਜ ਸਾਹਿਬ ਨੂੰ ਇਹ ਕਿੱਡੀ ਔਖੀ ਗੱਲ ਹੈ। ਆਪਾਂ ਸੁਖਮਨੀ ਸਾਹਿਬ 'ਚ ਪੰਕਤੀਆਂ ਪੜ੍ਹਦੇ ਆ, ਉਹ ਇੱਕ ਰਾਂ ਹੁਣ ਪੜ੍ਹੀਏ ਤਾਂ ਇਹ ਜਿਹੜਾ ਇੱਕ ਤੀਰ ਨਾਲ 10,000 ਮਾਰਿਆ, ਇਹਦੀ ਵਿਆਖਿਆ ਉਹ ਪੰਕਤੀਆਂ ਨੇ ਕਰਨੀ, ਸੁਖਮਨੀ ਸਾਹਿਬ ਦੀਆਂ ਪੰਕਤੀਆਂ ਨੇ। ਫਿਰ ਨਿਸ਼ਚਾ ਬਣਨਾ ਨਹੀਂ ਤੇ ਸ਼ੰਕਾ ਬਣ ਜਾਂਦਾ ਵੀ ਇੰਜ ਨਹੀਂ ਹੋ ਸਕਦਾ ਜੀ, ਇਹ ਬਣਾਈਆਂ ਹੋਈਆਂ ਗੱਲਾਂ ਵਾ, ਬਣਾਈਆਂ ਗੱਲਾਂ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਨੀ ਸਾਹਿਬ 'ਚ ਆਖਿਆ ਵੀ ਜੇ ਪਰਮੇਸ਼ਰ ਚਾਹਵੇ ਇੱਕ ਨਿੱਕੀ ਜਿਹੀ ਕੀੜੀ ਵਿੱਚ ਕਲਾ ਰੱਖ ਦਵੇ ਤੇ ਲੱਖਾਂ ਕੀ ਕਰੋੜਾਂ ਵੀ ਫੌਜ ਖਤਮ ਕਰਵਾ ਸਕਦਾ ਇੱਕ ਕੀੜੀ ਦੇ ਕੋਲੋਂ। ਨਿੱਕੀ ਕੀੜੀ ਮਹਿ ਕਲ ਰਾਖੈ, ਨਿੱਕੀ ਕੀੜੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਲਸਕਰ ਭਸਮ ਕਰੈ ਲਸਕਰ ਕੋਟ ਲਾਖੈ। ਮਾਰੇ ਕਹਿੰਦੇ ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਲੱਖਾਂ ਕਰੋੜਾਂ ਲਸ਼ਕਰ ਮਹਾਰਾਜ ਭਸਮ ਕਰ ਸਕਦੇ ਇੱਕ ਨਿੱਕੀ ਜਿਹੀ ਕੀੜੀ ਵਿੱਚ ਜੇ ਕਲਾ ਰੱਖਦੇ ਹਨ। ਇੱਕ ਨਿੱਕੀ ਜਿਹੀ ਕੀੜੀ ਵਾਹਿਗੁਰੂ ਦੇ ਹੁਕਮ ਵਿੱਚ ਹਾਥੀ ਨੂੰ ਵੀ ਮਾਰ ਦਿੰਦੀ ਆ। ਇਹਨਾਂ ਪੰਕਤੀਆਂ ਨੂੰ ਹੀ ਪੜ੍ਹ ਕਰਕੇ ਤੇ ਕਵੀਸ਼ਰ ਸਿੰਘ ਨੇ ਕਵਿਤਾ ਲਿਖੀ ਸੀ, ਨਿੱਕੀ ਜਿਹੀ ਕੀੜੀ ਤੇਰੀ ਲੜ ਜੇ ਹਾਥੀ ਦੇ, ਚੱਲਦਾ ਨਾ ਜ਼ੋਰ ਕੋਈ ਫਿਰ ਵੇਖਿਆ ਵਿਚਾਰ ਮੈਂ, ਕੁਦਰਤ ਬਣਾਉਣ ਵਾਲਿਆ ਤੈਥੋਂ ਬਲਿਹਾਰ ਮੈਂ। ਤਾਂ ਮਹਾਰਾਜ ਸਾਹਿਬ ਜੀ ਚਾਹੁਣ ਤੇ ਇੱਕ ਕੀੜੀ ਤੋਂ ਵੀ ਫੌਜਾਂ ਤਬਾਹ ਕਰਾ ਸਕਦੇ ਆ। ਇਹ ਤਾਂ ਕਲਗੀਧਰ ਪਾਤਸ਼ਾਹ ਆਪ ਵਾ। ਇੱਕ ਤੀਰ ਨਾਲ 10,000 ਫੁੰਡਿਆ ਮਹਾਰਾਜ ਨੇ, ਫਿਰ ਕਿਸੇ ਨੇ ਗੜੀ ਵੱਲ ਨੂੰ ਮੂੰਹ ਨਹੀਂ ਕੀਤਾ। ਇਹ ਸ਼ਾਮਾਂ ਤੀਕ ਸਾਧ ਸੰਗਤ ਜੀ ਜੰਗ ਹੋਇਆ, ਤੇ ਇਸ ਜੰਗ ਵਿੱਚ ਗੁਰੂ ਕੇ ਸਾਹਿਬਜ਼ਾਦੇ, ਗੁਰੂ ਕੇ ਪਿਆਰੇ ਪ੍ਰਾਣਾ ਤੋਂ ਪਿਆਰੇ ਸਿੰਘ ਸ਼ਹੀਦ ਹੋਏ। ਤੇ 8 ਪੋਹ ਦੀਆਂ ਸ਼ਾਮਾਂ ਪਈਆਂ ਤੇ ਗੜੀ ਵਿੱਚ ਸਿਰਫ 5 ਸਿੰਘ ਬਾਕੀ ਰਹਿ ਗਏ ਸਨ। ਉਹ ਬਾਕੀ ਦਾ ਇਤਿਹਾਸ ਕੱਲ ਨੂੰ ਵਿਚਾਰਾਂਗੇ।
ਹੁਣ ਜੋ ਲੜੀਵਾਰ ਰੂਪ ਚ ਮਹਾਰਾਜ ਨੇ ਸ਼ਬਦ ਬਖਸ਼ਿਆ ਹੈ ਉਸ ਦੇ ਦਰਸ਼ਨ ਕਰਦੇ ਹਾਂ। ਸ਼ਰਧਾ ਭਾਵਨਾ ਦੇ ਨਾਲ ਉਹਨਾਂ ਸੂਰਬੀਰਾਂ ਨੂੰ ਰੋਮ ਰੋਮ ਕਰਕੇ ਨਮਸਕਾਰ ਕਰੀਏ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਸਾਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਵੇ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਜਿਹੜੇ ਗੁਰੂ ਕੇ ਸਾਹਿਬਜ਼ਾਦੇ ਪਿਆਰੇ ਸਿੰਘ ਸ਼ਹੀਦ ਹੋਏ, ਉਹ ਧਰਮ ਤੇ ਪਹਿਰਾ ਦਿੰਦਿਆਂ ਹੋਇਆਂ, ਦੀਨ ਤੇ ਪਹਿਰਾ ਦਿੰਦਿਆਂ ਹੋਇਆਂ ਦੀਨ ਨਹੀਂ ਛੱਡਿਆ ਤੇ ਸਰੀਰ ਤਿਆਗ ਦਿੱਤੇ, ਪੁਰਜਾ ਪੁਰਜਾ ਕੱਟੇ ਗਏ। ਤੇ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਆਏ, ਪਹਾੜੀਏ ਆਏ, ਤੁਰਕ ਆਏ, ਉਹਨਾਂ ਨੇ ਦੀਨ ਛੱਡ ਦਿੱਤਾ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹਾਥ। ਇਹਨਾਂ ਦੀ ਰਹਿੰਦੀ ਦੁਨੀਆ ਤੀਕ ਜੈ ਜੈਕਾਰ, ਤੇ ਉਹਨਾਂ ਨੂੰ ਰਹਿੰਦੀ ਦੁਨੀਆ ਤੀਕ ਫਟਕਾਰਾਂ ਹੀ ਪੈਂਦੀਆਂ ਰਹਿਣੀਆਂ, ਲਾਹਣਤਾਂ ਹੀ ਪੈਂਦੀਆਂ ਰਹਿਣੀਆਂ। ਨਾ ਇੱਥੇ ਢੋਈ ਤੇ ਨਾ ਅੱਗੇ ਢੋਈ, ਉਹਨਾਂ ਦੀ ਹਾਲਤ ਇਹ ਹੋਣੀ ਆ। ਤੇ ਇਹਨਾਂ ਦੀ ਜੈ ਜੈਕਾਰ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਓਏ। ਤੋ ਸਤਿਗੁਰੂ ਜੀ ਲੜੀਵਾਰ ਰੂਪ ਵਿੱਚ ਬਖਸ਼ਿਸ਼ ਕਰਦੇ ਹਨ। ਸਰਵਣ ਕਰੀਏ ਜੀ। ਰਾਗ ਰਾਮ ਕਲੀ ਮਹਲਾ ਪੰਜਵਾਂ। ਪੜਤਾਲ ਘਰ ਤੀਜਾ। ਰਾਗ ਰਾਮ ਕਲੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਪੜਤਾਲ, ਇਹ ਸਾਧ ਸੰਗਤ ਜੀ ਛੰਦ ਦਾ ਨਾਮ ਹੈ ਤੇ ਪੜਤਾਲ ਨਾਮ ਹੈ ਜਿਸ ਵਿੱਚ ਪਾਟਵੇਂ ਤਾਲ ਵਜਾਏ ਜਾਣ। ਪੜਤਾਲ, ਤਾਲ ਤੇ ਫੇਰ ਤਾਲ, ਫੇਰ ਤਾਲ। ਤੇ ਪੜਤਾਲ ਨਾਮ ਖੋਜ ਦਾ ਵੀ ਹੁੰਦਾ ਹੈ। ਇਹ ਸ਼ਬਦਾਂ ਦੇ ਵਿੱਚ ਵਾਹਿਗੁਰੂ ਜੀ ਦੀ ਪੜਤਾਲ ਹੈ, ਖੋਜ ਹੈ। ਤੇ ਪੜਤਾਲ ਇੱਕ ਤਰ੍ਹਾਂ ਦੇ ਤਾਲਾਂ ਦਾ ਨਾਮ ਹੈ। ਘਰ ਤੀਜਾ, ਤੀਜੇ ਘਰ ਸੁਰ ਤਾਲ ਅੰਦਰ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ ਵੀ ਇਸ ਪਵਿੱਤਰ ਸ਼ਬਦ ਨੂੰ ਗਾਇਨ ਕਰਨਾ ਹੈ। ਇੱਕ ਓੰਕਾਰ। ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਦੀ ਸਮਝ ਪੈਂਦੀ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਨਾਰ ਨਰੈ ਨਮਸਕਾਰ। ਮਹਾਰਾਜ ਕਹਿੰਦੇ ਜੋ ਨਰਾਂ ਦੇ ਵਿੱਚੋਂ ਨਰ ਨਰ ਹੈ, ਸ੍ਰੇਸ਼ਟ ਹੈ, ਉਹ ਵਾਹਿਗੁਰੂ ਪਰਮੇਸ਼ਰ ਆਪ ਹੈ, ਉਸ ਨੂੰ ਨਮਸਕਾਰ ਹੈ। ਔਰ ਦੂਸਰਾ ਅਰਥ ਮਹਾਂਪੁਰਖਾਂ ਨੇ ਕੀਤਾ ਵੀ ਨਾਰ ਨਰ ਹੈ। ਨਾਰ ਮਰਦਾਂ ਦੇ ਵਿੱਚ ਵੀ ਉਹ ਵਸਦਾ ਹੈ ਤੇ ਨਰ ਹੈ ਇਸਤਰੀਆਂ ਵਿੱਚ ਵੀ ਉਹਦਾ ਹੀ ਵਾਸਾ ਹੈ। ਉਸੇ ਨੇ ਹੀ ਨਾਰ ਪੁਰਸ਼ ਪੈਦਾ ਕੀਤੇ ਆ ਤੇ ਨਰ ਹੈ ਉਸੇ ਨੇ ਹੀ ਇਸਤਰੀਆਂ ਪੈਦਾ ਕੀਤੀਆਂ। ਤੇ ਇਹ ਵੀ ਬਚਨ ਆਉਂਦਾ ਵੀ ਉਹ ਆਪ ਹੀ ਇਸਤਰੀ ਰੂਪ ਹੈ ਤੇ ਆਪ ਹੀ ਪੁਰਸ਼ ਰੂਪ ਹੈ। ਇੱਕ ਤੇ ਹੈਗਾ ਨਾ ਉਹਨੇ ਪੈਦਾ ਕੀਤੇ, ਇੱਕ ਮਹਾਰਾਜ ਕਹਿੰਦੇ ਉਹ ਆਪ ਹੀ, ਉਹਦਾ ਤਮਾਸ਼ਾ ਹੀ ਹੈ ਸਾਰਾ, ਉਹਦੀ ਖੇਲ ਹੀ ਹੈ ਇਹ ਸਾਰੀ। ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹਸੈ ਆਪੇ ਹੀ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਆਪੇ ਜਾਲ ਆਪੇ ਥਾਲ ਥੰਮਣ, ਆਪੇ ਕੀਆ ਘਟ ਘਟ ਬਾਸਾ। ਆਪੇ ਨਾਰ ਆਪੇ ਫੁਨ ਨਾਰੀ। ਨਰ ਨਰ ਹੈ, ਆਪ ਹੀ ਉਹ ਨਰ ਹੈ ਤੇ ਆਪ ਹੀ ਨਾਰੀ ਰੂਪ ਹੈ। ਆਪੇ ਨਾਰੀ ਆਪੇ ਫੁਨ ਨਾਰੀ, ਆਪੇ ਸਾਰੇ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਅਚਰਜੀ ਹੈ ਖੇਡ, ਵੱਡਾ ਹੀ ਤਮਾਸ਼ਾ ਰਚਿਆ, ਕੋਈ ਸਮਝ ਨਹੀਂ ਆਉਂਦੀ ਤਮਾਸ਼ੇ ਦੀ, ਕਿੱਡਾ ਵੱਡਾ ਤਮਾਸ਼ਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਆਖਿਆ ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਦੀ ਇਹ ਖੇਡ, ਜਗਤ ਦਾ ਤਮਾਸ਼ਾ। ਤਾਂ ਮਹਾਰਾਜ ਕਹਿੰਦੇ ਉਹ ਨਰਾਂ ਵਿੱਚ ਵੀ ਹੈ ਤੇ ਨਰ ਹੈ ਇਸਤਰੀਆਂ ਵਿੱਚ ਵੀ ਵਸਦਾ ਹੈ। ਉਸੇ ਨੇ ਹੀ ਨਾਰ ਮਰਦ ਤੇ ਇਸਤਰੀਆਂ ਪੈਦਾ ਕੀਤੇ ਹਨ। ਤੇ ਉਸ ਵਾਹਿਗੁਰੂ ਜੀ ਨੂੰ ਨਮਸਕਾਰਨ, ਉਹਨੂੰ ਨਮਸਕਾਰ ਹੈ, ਨਮਸਕਾਰ ਹੈ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਜਗਨ ਤਨਨ ਬਸਤ ਗਗਨ। ਮਹਾਰਾਜ ਕਹਿੰਦੇ ਉਹ ਜਲਨ ਜਲ ਵਿੱਚ ਵੀ ਵਸਦਾ ਹੈ, ਥਲਨ ਥਲ ਵਿੱਚ ਵੀ ਵਸਦਾ ਹੈ। ਬਸੁਧ ਨਾਮ ਹੈ ਧਰਤੀ ਦਾ, ਧਰਤੀ ਵਿੱਚ ਵੀ ਵਸਦਾ ਹੈ।
ਤੇ ਗਗਨ ਵਿੱਚ ਆਕਾਸ਼ ਵਿੱਚ ਵੀ ਵਸਦਾ ਹੈ। ਏਕ ਏਕੰਕਾਰ ਇੱਕੋ ਇੱਕ, ਇੱਕ ਹੀ ਉਹ ਜੋ ਵਾਹਿਗੁਰੂ ਨੇ, ਇੱਕ ਓੰਕਾਰ ਸਰੂਪ ਪਰਮੇਸ਼ਰ, ਇੱਕੋ ਇੱਕ ਉਹ ਆਪ ਹੀ ਸਾਰੇ ਪਾਸੇ ਵਸ ਰਿਹਾ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਅਨਕ ਭਾਂਤ ਹੋ ਕਰਕੇ ਉਹ ਇੱਕੋ ਹੀ ਪਸਰਿਆ ਹੋਇਆ, ਫੈਲਿਆ ਹੋਇਆ ਹੈ, ਜਿਹੜਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਤੇ ਜਲਨ ਨਾਮ ਹੈ, ਜਲ ਨਾਮ ਪਾਣੀ ਦਾ, ਜਲ ਦਾ, ਤੇ ਜਲ ਦੀ ਨਿਆਈ ਜਿਹੜੇ ਪ੍ਰੇਮੀ ਉਹਨਾਂ ਵਿੱਚ ਵੀ ਵਸਦਾ ਹੈ। ਥਲਨ, ਥਲ ਨਾਮ ਖੁਸ਼ਕ ਦਾ ਹੁੰਦਾ ਹੈ, ਖੁਸ਼ਕ ਥਾਂ। ਤੇ ਖੁਸ਼ਕ ਦੀ ਨਿਆਈ ਜਿਹੜੇ ਨਾਸਤਕ ਜੇ ਆ, ਜਿਹੜੇ ਪਰਮੇਸ਼ਰ ਨਾਲ ਪ੍ਰੇਮ ਨਹੀਂ ਵੀ ਕਰਦੇ, ਤਰਕਾਂ ਹੀ ਕਰਦੇ ਰਹਿੰਦੇ ਹਨ ਵਾਹਿਗੁਰੂ ਦੇ ਉੱਤੇ ਤੇ ਵਾਹਿਗੁਰੂ ਦੀ ਬਾਣੀ ਉੱਤੇ, ਗੁਰੂ ਕੇ ਇਤਿਹਾਸ ਉੱਤੇ, ਉਹ ਥਲਨ ਜਿਹੜੇ ਥਲ ਦੀ ਨਿਆਈ ਖੁਸ਼ਕ ਨਾਸਤਕ ਵਾ ਵਸਦਾ ਉਹਨਾਂ ਵਿੱਚ ਵੀ ਉਹ ਆਪ ਹੀ ਆ। ਤੇ ਬਸੁਧ ਨਾਮ ਹੈ ਧਰਤੀ ਦਾ। ਧਰਤੀ ਦੀ ਤਰ੍ਹਾਂ ਜਿਹੜੇ ਨੀਵੇਂ, ਧਰਤੀ ਨੀਵੀਂ ਆ ਨਾ, ਧਰਤੀ ਪੈਰਾਂ ਹੇਠ ਹੈ, ਪੈਰਾਂ ਦੇ ਥੱਲੇ ਹੈ ਧਰਤੀ, ਨੀਵੀਂ ਆ। ਜਿਹੜੇ ਧਰਤੀ ਦੀ ਤਰ੍ਹਾਂ ਖਿਮਾ ਧਾਰਨ ਵਾਲੇ ਉਹਨਾਂ ਵਿੱਚ ਵੀ ਉਹਦਾ ਵਾਸਾ ਹੈ। ਤੇ ਗਗਨ ਉੱਚਾ ਆਕਾਸ਼, ਆਕਾਸ਼ ਦੀ ਨਿਆਈ ਜਿਹੜੇ ਉੱਚੇ ਹਨ ਤਾਂ ਉਹਨਾਂ ਵਿੱਚ ਵੀ ਉਸ ਦਾ ਵਾਸਾ ਇੱਕੋ ਇੱਕ ਹੀ ਸਾਰਿਆਂ ਵਿੱਚ ਵਸ ਰਿਹਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਮਹਾਰਾਜ ਕਹਿੰਦੇ ਵੀ ਹਰਨ, ਉਹ ਵਾਹਿਗੁਰੂ ਪਰਮੇਸ਼ਰ ਹਰਨ ਨਾਸ ਕਰਨ ਵਾਲਾ ਹੈ, ਤੇ ਭਰਨ ਉਹ ਸੰਸਾਰ ਦੀ ਪੂਰਤੀ ਕਰਨ ਵਾਲਾ ਹੈ। ਹਰਨ ਭਰਨ, ਹਰਨ ਨਾਸ ਕਰਨ ਵਾਲਾ ਹੈ ਤੇ ਭਰਨ ਉਹ ਸੰਸਾਰ ਦੀ ਪੂਰਤੀ ਕਰਨ ਵਾਲਾ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਹਰਨ ਮੈਨੇ ਨਾਸ ਕਰਨ ਵਾਲਾ ਹੈ ਤੇ ਧਰਨ, ਧਰਨ ਮੈਨੇ ਟਿਕਾਉਣ ਵਾਲਾ ਹੈ। ਪੁੰਨ ਪੁਨਹ ਕਰਨ, ਪੁੰਨ ਪੁਨਹ ਤੋਂ ਭਾਵ ਹੈ ਫੇਰ ਫੇਰ, ਦੁਬਾਰਾ ਦੁਬਾਰਾ, ਪੁਨਹ ਪੁਨਹ। ਕਰਨ ਮੈਨੇ ਉਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇਸ ਪੰਕਤੀ ਵਿੱਚ ਮਹਾਰਾਜ ਨੇ ਤਿੰਨੇ ਬਚਨ ਕਹੇ ਕਿ ਉਹ ਪੈਦਾ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਤੇ ਖਾਤਮਾ ਵੀ ਕਰਦਾ ਹੈ। ਹਰਨ ਮੈਨੇ ਨਾਸ ਕਰਦਾ ਹੈ, ਧਰਨ ਮੈਨੇ ਉਹ ਟਿਕਾਉਂਦਾ ਹੈ, ਪੈਦਾ ਕਰਕੇ ਸਥਿਤ ਕਰਦਾ ਹੈ, ਤੇ ਕਰਨ ਮੈਨੇ ਉਹ ਸਭ ਦੀ ਪਾਲਣਾ ਵੀ ਕਰਨ ਵਾਲਾ ਹੈ। ਤੇ ਨਹਿ ਗਿਰਹਿ, ਉਹਦਾ ਆਪਣਾ ਕੋਈ ਵਿਸ਼ੇਸ਼ ਗ੍ਰਹਿ ਘਰ ਨਹੀਂ ਹੈ। ਮਹਾਰਾਜ ਕਹਿੰਦੇ ਉਹ ਘਰ ਤੋਂ ਵੀ ਰਹਿਤ ਹੈ, ਭਾਵ ਸਰਬ ਵਿਆਪਕ ਹੈ, ਸਾਰੇ ਘਰ ਹੀ ਉਹਦੇ ਹਨ, ਸਾਰਿਆਂ ਥਾਵਾਂ ਤੇ ਉਸੇ ਦਾ ਹੀ ਵਾਸਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਨਿਰੰਹਾਰੰ, ਤੇ ਉਹ ਆਹਾਰ ਤੋਂ ਵੀ ਨਿਰ ਕਹੀਏ ਰਹਿਤ ਹੈ, ਉਹਨੂੰ ਆਹਾਰ ਦੀ ਵੀ ਲੋੜ ਨਹੀਂ ਪੈਂਦੀ ਹੈ। ਮਹਾਰਾਜ ਕਹਿੰਦੇ ਗੰਭੀਰ ਉਹ ਡੂੰਘਾ ਹੈ, ਉਹਦੀ ਡੂੰਘਾਈ ਕੋਈ ਮਿਣ ਹੀ ਨਹੀਂ ਸਕਦਾ। ਸਮੁੰਦਰ ਕਿੰਨਾ ਕੁ ਡੂੰਘਾ ਉਹਨੂੰ ਤਾਂ ਕੋਈ ਮਿਣ ਸਕਦਾ ਹੈ, ਕੋਈ ਸਾਇੰਸਦਾਨ, ਕੋਈ ਗਿਆਨੀ, ਕੋਈ ਵਿਗਿਆਨੀ, ਪਰ ਵਾਹਿਗੁਰੂ ਕਿੰਨਾ ਡੂੰਘਾ ਹੈ ਉਹਦੀ ਡੂੰਘਾਈ ਨਹੀਂ ਮਿਣੀ ਜਾ ਸਕਦੀ। ਗਹਿਰ ਗੰਭੀਰਾ, ਉਹ ਬੜਾ ਡੂੰਘਾ ਹੈ। ਮਹਾਰਾਜ ਕਹਿੰਦੇ ਉਹਨੂੰ ਕੋਈ ਮਿਣ ਹੀ ਨਹੀਂ ਸਕਦਾ। ਤੇ ਧੀਰ, ਉਹ ਧੀਰਜ ਧਾਰੀ ਹੈ, ਸਭ ਤੋਂ ਵੱਡਾ ਧੀਰਜ ਧਾਰੀ ਤੇ ਉਹੀ ਹੈ ਨਾ, ਪਰਮੇਸ਼ਰ ਵਾਹਿਗੁਰੂ ਹੀ। ਉਹਨੂੰ ਕੋਈ ਯਾਦ ਕਰੇ, ਕੋਈ ਨਾ ਕਰੇ, ਕੋਈ ਉਹਦੀ ਉਸਤਤੀ ਕਰੇ, ਕੋਈ ਨਾ ਕਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਬੜੇ ਵੱਡੇ ਧੀਰਜ ਵਾਲਾ ਹੈ। ਕਈ ਰੱਬ ਦੀ ਉਸਤਤੀ ਕਰਦੇ ਤੇ ਕਈ ਰੱਬ ਨੂੰ ਗਾਲਾਂ ਵੀ ਕੱਢ ਦਿੰਦੇ ਆ ਕੇ ਗੁੱਸੇ 'ਚ, ਪਰ ਉਹ ਧੀਰਜ ਧਾਰੀ ਆ, ਉਹ ਛੇਤੀ ਨਹੀਂ, ਉਹ ਕੁਝ ਨਹੀਂ ਕਹਿੰਦਾ, ਉਹ ਮੌਜ ਦਾ ਮਾਲਕ ਹੈ। ਕਿਉਂਕਿ ਸੰਸਾਰ ਦੇ ਇਨਸਾਨ ਜਿੰਨੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ, ਸਾਰੀ ਉਸਤਤੀ ਥੋੜ੍ਹਾ ਕਰਦੇ ਆ ਕਿਸੇ ਦਾ ਕੋਈ ਕੰਮ ਵਿਗੜ ਜਾਵੇ ਸਹੀ, ਜਿਹੜਾ ਕੋਈ ਕੰਮ ਕਰਦਾ ਤੇ ਉਹ ਫਿਰ ਹੋਰ ਕਿਸੇ ਨੂੰ ਉਹ ਰੱਬ ਨੂੰ ਕੱਢਣ ਲੱਗ ਪੈਂਦਾ ਗਾਲਾਂ। ਉਹ ਕਹਿੰਦਾ ਵੀ ਮੈਂ ਕੀ ਤੇਰਾ ਮਾੜਾ ਕੀਤਾ, ਮੇਰਾ ਕੰਮ ਖਰਾਬ ਕਰ ਦਿੱਤਾ ਤੂੰ। ਅਸਲ 'ਚ ਹੁੰਦਾ ਤੇ ਆਪਦੇ ਕਰਮਾਂ ਮੁਤਾਬਕ ਹੀ ਹੈ। ਜਿਹੋ ਜਿਹੇ ਜੀਵ ਕਰਮ ਕਰਦਾ ਉਹੋ ਜਿਹੇ ਉਹ ਫਲ ਭੁਗਤਾਉਂਦਾ ਹੈ। ਪਰ ਜੀਵ ਗੁੱਸੇ ਵਿੱਚ ਆ ਕੇ ਕਈ ਵਾਰੀ ਰੱਬ ਨੂੰ ਵੀ ਮਾੜਾ ਕਹਿਣ ਲੱਗ ਪੈਂਦਾ, ਪਰਮੇਸ਼ਰ ਨੂੰ ਵੀ ਮਾੜਾ ਕਹਿੰਦਾ, ਪਰ ਉਹ ਧੀਰਜ ਧਾਰੀ ਹੈ, ਉਹ ਐਡੀ ਛੇਤੀ ਕਾਹਲਾ ਨਹੀਂ ਪੈਂਦਾ।
ਬਹੁਤ ਵੱਡੇ ਧੀਰਜ ਵਾਲਾ ਹੈ। ਇਨਸਾਨ ਕਿਸੇ ਦੀ ਗਲਤੀ ਵੇਖ ਲਵੇ ਉਸੇ ਵੇਲੇ ਉਹਦੇ ਤੋਂ ਮੂੰਹ ਫੇਰ ਲੈਂਦਾ ਹੈ। ਕੋਈ ਗਲਤੀ ਨਿੱਕੀ ਜੀ ਵੇਖ ਲਵੇ ਨਾ ਕਿਸੇ ਦੀ, ਉਸੇ ਵੇਲੇ ਮੂੰਹ ਫੇਰ ਲੈਂਦਾ, ਉਸੇ ਵੇਲੇ ਉਹਦੀ ਰੋਜੀ ਰੋਟੀ ਬੰਦ ਕਰ ਦਿੱਤੀ ਜਾਂਦੀ ਹੈ, ਉਹਦੀ ਅਦਲਾ ਬਦਲੀ ਕਰ ਦਿੱਤੀ ਜਾਂਦੀ ਹੈ। ਪਰ ਰੱਬ ਸਾਰੇ ਗੁਨਾਹ ਵੇਂਦਾ, ਉਹਨੇ ਇਨਸਾਨ ਨਹੀਂ ਵੇਂਦਾ ਜਿੰਨੇ ਪਰਮੇਸ਼ਰ ਵੇਂਦਾ। ਕਿਉਂਕਿ ਇਨਸਾਨ ਬਾਹਰੋਂ ਬਾਹਰੋਂ ਵੇਖ ਸਕਦਾ, ਉਹ ਤੇ ਅੰਦਰੋਂ ਵੀ ਵੇਂਦਾ। ਜਿੰਨੇ ਮਰਜ਼ੀ ਪੜਦੇ ਉਹਦੇ ਤੋਂ ਕਰ ਲਵੇ, ਜਿੰਨੇ ਮਰਜ਼ੀ ਦਰਵਾਜ਼ੇ ਬੰਦ ਕਰ ਲਵੇ, ਉਹ ਅੰਦਰੋਂ ਬਾਹਰੋਂ ਸਭ ਕੁਝ ਵੇਂਦਾ। ਮਹਾਰਾਜ ਨੇ ਬਾਣੀ ਚ ਆਖਿਆ ਨਾ, ਦੇ ਕਿਵਾੜ ਅਨਕ ਪੜਦੇ ਮਹਿ। ਕਿਵਾੜ ਨਾਮ ਹੈ ਦਰਵਾਜ਼ਿਆਂ ਦਾ। ਆਪਾਂ ਕਹਿੰਦੇ ਆ ਨਾ, ਜਦੋਂ ਗੁਰੂ ਕਾ ਦਰਬਾਰ ਖੁੱਲ੍ਹਣਾ ਤੇ ਕਹਿੰਦੇ ਵੀ ਲਿਖਿਆ ਹੁੰਦਾ ਵੀ ਇੰਨੇ ਵਜੇ ਕਿਵਾੜ ਖੁੱਲੂਗਾ। ਉਂਝ ਕਿਵਾੜ ਕੱਲਾ ਨਾਮ ਗੁਰੂ ਘਰ ਦੇ ਦਰਵਾਜ਼ਿਆਂ ਦਾ ਹੀ ਨਹੀਂ ਗਾ, ਜਿਹੜੇ ਵੀ ਦਰਵਾਜ਼ੇ ਉਹਨਾਂ ਨੂੰ ਕਿਵਾੜ ਹੀ ਕਿਹਾ ਜਾਂਦਾ। ਗੁਰਬਾਣੀ 'ਚ ਪੰਕਤੀ ਨਾ ਵੀ ਦੇ ਕਿਵਾੜ ਅਨਕ ਪੜਦੇ ਮੈਂ, ਪਹਿਲੋਂ ਕਿਵਾੜ ਦਿੰਦਾ ਵੀ ਦਰਵਾਜ਼ੇ ਬੰਦ ਕਰਦਾ, ਫਿਰ ਅਗਲੇ ਪਾਸੇ ਪੜਦੇ ਵੀ ਲਾ ਦਿੰਦਾ ਵੀ ਝੀਤਾ ਥਾਣੀ ਵੀ ਨਾ ਕੁਝ ਦਿਸੇ। ਦੇ ਕਿਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਫਿਰ ਕੋ ਕਰਮ ਕਰਦਾ। ਤੇ ਮਹਾਰਾਜ ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ। ਭਾਵ ਉੱਥੇ ਵੀ ਉਹਨੂੰ ਪਤਾ ਵਾ, ਉਹਨੇ ਆਪਣੀ ਫੌਜ ਉੱਥੇ ਵੀ ਛੱਡੀ ਹੋਈ ਆ ਵੇਖਣ ਵਾਲੀ, ਉਹਦੇ ਤੋਂ ਕੁਝ ਵੀ ਲੁਕਿਆ ਛਿਪਿਆ ਨਹੀਂ, ਸਾਰਾ ਕੁਝ ਵੇਖਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਵਾ ਇੱਕ ਸਵਈਆਂ ਦਾ, ਉਹਦੇ 'ਚ ਮਹਾਰਾਜ ਕਹਿੰਦੇ ਵੀ ਦਾਤਾ ਪਰਮੇਸ਼ਰ ਵਾ, ਉਹ ਸਾਰੇ ਜਿੰਨੇ ਜੀਵ ਉਹਨੇ ਪੈਦਾ ਕੀਤੇ ਸਾਰਿਆਂ ਨੂੰ ਰੋਜੀ ਰੋਟੀ ਦੇ ਰਿਹਾ। ਸਮੁੰਦਰਾਂ 'ਚ ਦੇ ਰਿਹਾ, ਦਰਿਆਵਾਂ ਨਦੀਆਂ 'ਚ ਦੇ ਰਿਹਾ, ਧਰਤੀ 'ਤੇ ਪੈਦਾ ਕੀਤਿਆਂ ਨੂੰ ਦੇ ਰਿਹਾ, ਮਿੱਟੀ 'ਚ ਜਿਹੜੇ ਪੈਦਾ ਕੀਤੇ ਉਹਨਾਂ ਨੂੰ ਦੇ ਰਿਹਾ, ਇਨਸਾਨਾਂ ਨੂੰ ਦੇ ਰਿਹਾ, 84 ਲੱਖ ਜੂਨਾਂ ਨੂੰ ਰੋਜੀ ਰੋਟੀ ਦੇ ਰਿਹਾ, ਖਾਣ ਲਈ ਦੇ ਰਿਹਾ। ਮਹਾਰਾਜ ਕਹਿੰਦੇ ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਰੈ। ਅਗਲੀ ਪੰਕਤੀ 'ਚ ਕਹਿੰਦੇ ਪਸ਼ ਪਸ਼ੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੇ। ਸਾਰਿਆਂ ਸਮਿਆਂ 'ਚ ਸਾਰਿਆਂ ਦੀ ਪਾਲਣਾ ਕਰਦਾ, ਇਹ ਨਹੀਂ ਵੀ ਕਦੇ ਪਾਲਣਾ ਕਰਤੀ ਤੇ ਕਦੇ ਨਾ ਕਰਤੀ। ਸਰਬ ਸਮੈ ਸਭ ਕੋ ਪ੍ਰਤਿਪਾਰੈ। ਫਿਰ ਅੱਗੇ ਕਹਿੰਦੇ ਪੋਖਤ ਹੈ, ਪਾਲਣਾ ਕਰਦਾ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਜਲ ਵਿੱਚ ਵੀ ਤੇ ਥਲ ਵਿੱਚ ਵੀ ਤੇ ਪਲ ਪਲ ਵਿੱਚ ਕਰਦਾ, ਇੱਕ ਇੱਕ ਪਲ ਵਿੱਚ, ਇੱਕ ਇੱਕ ਛਿਣ ਵਿੱਚ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਦੋਸ਼ ਵੇਖਦਾ, ਸਾਰੀਆਂ ਗਲਤੀਆਂ ਵੇਖਦਾ ਵੀ ਕਿਹੜੀ ਕਿਹੜੀ ਗਲਤੀ ਇਹਨੇ ਕੀਤੀ, ਕਿਹੜਾ ਕਿਹੜਾ ਦੋਸ਼ ਕੀਤਾ, ਕਿਹੜਾ ਕਿਹੜਾ ਗੁਨਾਹ ਕੀਤਾ, ਸਾਰੇ ਦੋਸ਼ਾਂ ਨੂੰ ਵੇਖਦਾ। ਕਹਿੰਦਾ ਕੋਨੀ ਗਲਤੀਆਂ ਦਾ ਫਲ ਭੁਗਤਾਵਾਂਗੇ ਤੈਨੂੰ ਬਾਅਦ ਵਿੱਚ, ਪਰ ਹੁਣ ਭੁੱਖਾ ਨਹੀਂ ਛੱਡਣਾ ਤੈਨੂੰ। ਰੋਜੀ ਰੋਟੀ ਦਿੰਦਾ, ਰੋਜੀ ਰੋਟੀ ਨਹੀਂ ਬੰਦ ਕਰਦਾ। ਇਸ ਕਰਕੇ ਦਾਤਾ ਉਹਨੂੰ ਆਖਿਆ, ਕੋਈ ਇਨਸਾਨ ਦਾਤਾ ਨਹੀਂ ਬਣ ਸਕਦਾ, ਉਹ ਭਗਵਾਨ ਹੀ ਦਾਤਾ ਵਾ। ਇਹ ਤਾਂ ਇੱਕ ਗਲਤੀ ਵੇਖ ਲੇ ਤੇ ਅਗਲੇ ਦਿਨ ਰੋਟੀ ਬੰਦ ਕਰ ਦੂ। ਜੇ ਬੰਦੇ ਦੇ ਵੱਸ ਵਿੱਚ ਹੋਵੇ ਤੇ ਜਿਹੜੀ ਥਾਲੀ 'ਚ ਪਿਆ ਪ੍ਰਸ਼ਾਦਾ ਉਹ ਵੀ ਚੁੱਕ ਲਵੇ, ਖਿੱਚ ਲਵੇ, ਬੰਦ ਕਰ ਦੇਵੇ ਵੀ ਇਹਨੂੰ ਭੁੱਖਾ ਹੀ ਰੱਖਣਾ। ਪਰ ਮਹਾਰਾਜ ਕਹਿੰਦੇ ਉਹ ਗੁਨਾਹ, ਤਾਂ ਤੇ ਉਹਨੂੰ ਦੀਨ ਦਇਆਲ ਆਖਿਆ, ਤਾਂ ਤੇ ਉਹਨੂੰ ਧੀਰਜ ਧਾਰੀ ਆਖਿਆ ਵੀ ਜਿੱਡਾ ਵੱਡਾ ਵਾਹਿਗੁਰੂ ਦਾ ਧੀਰਜ, ਏਡਾ ਧੀਰਜ ਕਿਸੇ ਦਾ ਹੈ ਹੀ ਨਹੀਂਗਾ। ਜਿੱਡਾ ਵੱਡਾ ਦਿਆਲੂ ਉਹ ਇੰਨੀ ਦਇਆ ਕੋਈ ਕਰ ਹੀ ਨਹੀਂ ਸਕਦਾ। ਉਹ ਵਾਰ-ਵਾਰ ਮਾਫੀ ਦਿੰਦਾ, ਵਾਰ-ਵਾਰ ਗੁਨਾਹ ਬਖਸ਼ਦਾ, ਫੇਰ ਕਹਿੰਦਾ ਵੀ ਸੁਧਰ ਜਾ, ਹਲੇ ਵੀ ਸੁਧਰ ਜਾ, ਹਲੇ ਵੀ, ਵਾਰ-ਵਾਰ ਮੌਕੇ ਦਿੰਦਾ ਹੈ। ਸਭ ਕੁਝ ਜਾਣਦਾ ਹੋਇਆ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤਾਂ ਮਹਾਰਾਜ ਸਾਹਿਬ ਕਹਿੰਦੇ ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਅਗਲੇ ਸਵਈਏ 'ਚ ਮਹਾਰਾਜ ਨੇ ਇਹਦੇ ਨਾਲੋਂ ਵੀ ਹੋਰ ਗੱਲ ਬਚਨ ਕੀਤਾ। ਦਾਹਤ ਹੈ ਦੁੱਖ ਦੋਖਣ ਕਉ ਦਲ ਦੁੱਜਣ ਕੇ, ਪਲ ਮੈਂ ਦਲ ਡਾਰੈ ਦੀਨ ਦਇਆਲ। ਤੋ ਗਰੀਬ ਨਵਾਜ ਸਾਹਿਬ ਜੀ ਖੰਡ ਅਖੰਡ ਪ੍ਰਚੰਡ ਪ੍ਰਹਾਰਨ, ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰ ਨਾ ਪਾਏ ਸਕੈ ਪਦਮਾ ਪਦ, ਵੇਦ ਕਤੇਬ ਅਭੇਦ ਉਚਾਰੈ। ਰੋਜੀ ਹੀ ਰਾਜ ਬਿਲੋਕਤ ਰਾਜਕ, ਰਾਜਕ ਨਾਮ ਰੋਜੀ ਦੇਣ ਵਾਲਾ ਜਿਹੜਾ ਹੈ, ਤੇ ਰੋਜੀ ਦਾ ਭਾਵ ਹੈ ਰੋਜ਼ ਨਿਤ, ਤੇ ਰਾਜ ਨਾਮ ਹੈ ਗੁੱਝੇ ਭੇਦ ਦਾ। ਜਿਹੜਾ ਰਾਜ ਹੁੰਦਾ ਨਾ, ਕਹਿੰਦੇ ਵੀ ਕੋਈ ਰਾਜ ਵਾ, ਕੋਈ ਲੱਗਦਾ ਰਾਜ ਵਾ, ਕੋਈ ਗੁੱਝੀ ਗੱਲ ਵਾ। ਮਹਾਰਾਜ ਕਹਿੰਦੇ ਉਹ ਸਾਰੀਆਂ ਗੁੱਝੀਆਂ ਗੱਲਾਂ ਨੂੰ ਜਾਣਦਾ। ਰੋਜੀ ਹੀ ਰਾਜ ਬਿਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੇ। ਪਰ ਰੋਹ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਰੂਹਾਂ ਦੀ ਰੋਜੀ ਨਹੀਂ ਬੰਦ ਕਰਦਾ।
ਐਸਾ ਉਹ ਧੀਰਜ ਧਾਰੀ ਹੈ। ਪੰਚਮ ਪਾਤਸ਼ਾਹ ਕਹਿੰਦੇ ਡੂੰਘਾ ਹੈ ਤੇ ਧੀਰਜ ਧਾਰੀ ਹੈ। ਨਾਮ ਹੀਰ, ਉਸ ਦਾ ਜੋ ਨਾਮ ਹੈ ਉਹ ਹੀਰੇ ਦੀ ਤਰ੍ਹਾਂ ਅਮੋਲਕ ਹੈ। ਫਿਰ ਉੱਚਾ ਹੈ ਸਾਰਿਆਂ ਨਾਲੋਂ, ਮੂਚ ਵਿਸਥਾਰ ਵਾਲਾ ਹੈ, ਵੱਡਾ ਹੈ। ਅਪਾਰੰ, ਜਿਹਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਉੱਚਾ ਸਭ ਤੋਂ ਉੱਚਾ ਹੈ ਤੇ ਮੂਚ ਸਭ ਤੋਂ ਵੱਡਾ ਹੈ, ਸਭ ਤੋਂ ਵਿਸਥਾਰ ਵਾਲਾ ਹੈ। ਕਿੰਨਾ ਕੁ ਉੱਚਾ ਹੈ ਤੇ ਕਿੰਨਾ ਕੁ ਵੱਡਾ ਹੈ, ਕਿੰਨੇ ਕੁ ਵਿਸਥਾਰ ਵਾਲਾ ਹੈ। ਮਹਾਰਾਜ ਕਹਿੰਦੇ ਅਪਾਰੰਗ, ਉਹਦਾ ਕੋਈ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਦੇਸ਼ ਵਿੱਚ ਉਹਦਾ ਵਾਸਾ ਹੈ, ਵੀ ਪਰਾਂ ਪਾਕਿਸਤਾਨ 'ਚ ਤੇ ਜਾਂ ਹੋਰ ਕਿਸੇ ਦੇਸ਼ ਵਿੱਚ ਉਹ ਨਹੀਂ ਵਸਦਾ। ਕਲਗੀਧਰ ਪਾਤਸ਼ਾਹ ਨੇ ਆਖਿਆ ਉਹਦਾ ਵਿਸਥਾਰ ਇੰਨਾ ਹੈ, ਆ ਦੇਸ਼ਾਂ ਦੀਆਂ ਹੱਦਾਂ ਬੰਨੇ ਇਹ ਉਹਨੂੰ ਰੋਕ ਨਹੀਂ ਸਕਦੇ, ਬੰਨ੍ਹ ਨਹੀਂ ਸਕਦੇ। ਉਹ ਸਾਰੇ ਪਾਸੇ ਵਿਆਪਕ ਹੈ। ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਸਾਰਿਆਂ ਦੇਸ਼ਾਂ ਵਿੱਚ ਆ ਤੇ ਸਾਰਿਆਂ ਭੇਸਾਂ ਵਿੱਚ ਵਾ। ਸਰਬੱਤਰ ਦੇਸੈ ਆ, ਸਾਰਿਆਂ ਦੇਸ਼ਾਂ ਵਿੱਚ ਉਹਦਾ ਵਾਸਾ ਹੈ ਤੇ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਕਿੰਨਾ ਕੁ ਉੱਚਾ ਹੈ, ਉਹਦੀ ਉਚਾਈ ਨਹੀਂ ਕੋਈ ਮਿਣ ਸਕਦਾ। ਕਿਉਂ ਨਹੀਂ ਮਿਣ ਸਕਦਾ? ਕਿਉਂਕਿ ਜਿੱਡਾ ਉੱਚਾ ਉਹ ਆਪ ਹੈ, ਓਡਾ ਉੱਚਾ ਆਪ ਹੀ ਹੈ। ਦੂਜਾ ਉਹਦੇ ਜਿੱਡਾ ਕੋਈ ਹੈ ਹੀ ਨਹੀਂ ਹੈ। ਕੋਈ ਓਡਾ ਉੱਚਾ ਹੋਵੇ ਤੇ ਤਾਂ ਉਹਨੂੰ ਮਿਣੇ ਨਾ। ਜਪਜੀ ਸਾਹਿਬ 'ਚ ਇੱਕ ਪੌੜੀ 'ਚ ਮਹਾਰਾਜ ਨੇ ਆਖਿਆ ਉਹਦਾ ਅੰਤ ਹੀ ਨਹੀਂ ਕਿਸੇ ਪਾਸੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਉਹ ਕਿੱਡਾ ਉੱਚਾ, ਉਹਦਾ ਅੰਤ ਹੀ ਨਹੀਂ ਕੋਈ ਪਾ ਸਕਦਾ। ਕਈ ਯਤਨ ਕਰਦੇ ਮਹਾਰਾਜ ਕਹਿੰਦੇ ਪਾਉਣ ਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਈ, ਇਹ ਅੰਤ ਨੂੰ ਕੋਈ ਜਾਣ ਨਹੀਂ ਸਕਦਾ। ਅੰਤ ਇਹੋ ਹੀ ਆ ਵੀ ਕੋਈ ਨਹੀਂ ਉਹਨੂੰ ਜਾਣਦਾ ਸਮਗਰ ਰੂਪ ਵਿੱਚ। ਬਹੁਤਾ ਕਹੀਐ ਬਹੁਤਾ ਹੋਏ, ਜਿੰਨਾ ਬਹੁਤਾ ਆਖੀਏ ਉਨਾ ਹੀ ਬਹੁਤਾ ਹੋਰ ਵਾਓ। ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏ ਵੱਡੀ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਏਡਾ ਉੱਚਾ ਕੋਈ ਹੋਵੇ ਤੇ ਉਸ ਉੱਚੇ ਨੂੰ ਜਾਣੇ। ਆਪਦੇ ਜਿੱਡਾ ਉੱਚਾ ਉਹਨੇ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਜਿਹਨੂੰ ਉਹ ਜਣਾਵੇ ਉਹੀ ਉਹਨੂੰ ਜਾਣ ਸਕਦਾ ਹੈ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਇਸ ਕਰਕੇ ਉਹ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਉਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਸੇ ਨੂੰ ਪੰਚਮ ਪਾਤਸ਼ਾਹ ਨੇ ਰਹਿਰਾਸ ਸਾਹਿਬ ਜੀ ਦੀ ਬਾਣੀ 'ਚ ਵੀ ਆਖਿਆ ਹੈ। ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਜਨ ਨਾਨਕ ਬਲ ਬਲ ਸਦ ਮਲ ਜਾਈਐ, ਨਾਨਕ ਬਲ ਬਲ ਸਦ ਬਲ ਜਾਈਐ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਜਨ ਨਾਨਕ ਬਲ ਬਲ ਸਦ ਬਲ ਜਾਈਐ। ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਊਚ ਮੂਚ ਅਪਾਰੰ। ਅਪਾਰੰ ਕਹੀਏ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਰਲੇ ਤੇ ਪਾਰਲੇ ਕੰਢੇ ਦਾ ਕੋਈ ਪਤਾ ਨਹੀਂ ਲੱਗ ਸਕਦਾ। ਮਹਾਰਾਜ ਕਹਿੰਦੇ ਕਰਨ ਕੇਲ, ਕੇਲ ਨਾਮ ਹੈ ਆਨੰਦ ਦਾ, ਕੇਲ ਨਾਮ ਹੈ ਖੇਲਾਂ ਦਾ। ਉਹ ਆਨੰਦ ਕਰਨ ਵਾਲਾ ਹੈ, ਖੇਲਾਂ ਕਰਨ ਵਾਲਾ ਹੈ। ਉਸ ਦੇ ਗੁਣ ਅਮੋਲਕ ਹਨ, ਜਿਨ੍ਹਾਂ ਗੁਣਾਂ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਨਾਨਕ ਬਲਹਾਰੰ
ਫਿਰ ਕੀ ਕਰਨਾ ਚਾਹੀਦਾ ਹੈ? ਮਹਾਰਾਜ ਕਹਿੰਦੇ ਉਹਦੇ ਤੋਂ ਤਾਂ ਬਲਿਹਾਰ ਹੀ ਜਾਣਾ ਚਾਹੀਦਾ, ਸਦਕੇ ਹੀ ਜਾਣਾ ਚਾਹੀਦਾ, ਉਹਦੇ ਅੱਗੇ ਤੇ ਨਮਸਕਾਰਾਂ ਹੀ ਕਰੀ ਜਾਣੀਆਂ ਚਾਹੀਦੀਆਂ। ਅੰਤ ਪਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹ ਬੇਅੰਤੀ ਬੇਅੰਤੀ, ਉਹਨੂੰ ਬੇਅੰਤੀ ਕਹਿਣਾ ਚਾਹੀਦਾ ਹੈ। ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ। ਸਾਰੇ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਕੁਰਾਨ ਜਿੰਨੇ ਧਰਮ ਗ੍ਰੰਥ ਵਾ ਸਾਰੇ ਉਸ ਵਾਹਿਗੁਰੂ ਜੀ ਨੂੰ ਬੇਅੰਤ ਬੇਅੰਤੀ ਕਹਿੰਦੇ ਆ। ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ ਹੈ। ਉਹ ਸਾਰੇ ਕਹਿੰਦੇ ਵੀ ਨੇਤ ਨਾ ਇਤੀ ਨਾ ਇਤੀ, ਕਿ ਇੱਥੇ ਵੀ ਸਮਾਪਤੀ ਨਹੀਂ ਉਹਦੀ, ਇੱਥੇ ਵੀ ਸਮਾਪਤੀ ਨਹੀਂ, ਇਹਦੇ ਤੋਂ ਵੀ ਅੱਗੇ ਆ, ਇਹਦੇ ਤੋਂ ਵੀ ਅੱਗੇ ਆ। ਬੇਅੰਤ ਹੀ ਬੇਅੰਤ ਹੈ। ਊਚ ਮੂਚ ਅਪਾਰ, ਜਿਵੇਂ ਇੱਥੇ ਮਹਾਰਾਜ ਨੇ ਆਖਿਆ ਊਚ ਮੂਚ ਅਪਾਰੰ, ਤੇ ਸਹਿਸਕ੍ਰਿਤੀ 'ਚ ਵੀ ਮਹਾਰਾਜ ਨੇ ਆਖਿਆ ਊਚ ਮੂਚ ਅਪਾਰ ਗੋਬਿੰਦ ਹੈ। ਉਹ ਗੋਬਿੰਦ ਪਰਮੇਸ਼ਰ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਸਭ ਤੋਂ ਵਿਸਥਾਰ ਵਾਲਾ ਹੈ। ਉਹਦੇ ਤੋਂ ਬਲਿਹਾਰ ਹੀ ਜਾਣਾ ਚਾਹੀਦਾ। ਜਿਸ ਠਾਕੁਰ ਸਿਓ ਨਾ ਹੀ ਚਾਰਾ, ਸਾਡੇ ਸਾਰੇ ਚਾਰੇ ਜਿਹੜੇ ਉਹ ਛੋਟੇ ਰਹਿ ਜਾਣਗੇ। ਤੇ ਮਹਾਰਾਜ ਕਹਿੰਦੇ ਫਿਰ ਉਹਦੇ ਅੱਗੇ ਨਮਸਕਾਰ ਹੀ ਕਰਨੀ ਚਾਹੀਦੀ। ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਨਮਸਕਾਰ ਕਰਨੀ ਚਾਹੀਦੀ ਹੈ। ਆਪਣਾ ਹੰਕਾਰ ਛੱਡ ਕੇ, ਆਪਣੀਆਂ ਸਿਆਣਪਾਂ ਛੱਡ ਕੇ, ਕੋਈ ਸਿਆਣਪ ਨਹੀਂ ਉੱਥੇ ਪੁੱਜ ਸਕਦੀ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਨਹੀਂ ਚੱਲਦੀ ਵਾਹਿਗੁਰੂ ਦੇ ਨਾਲ, ਇੱਕ ਨਹੀਂ ਚੱਲਦੀ ਹੈ। ਇਸ ਕਰਕੇ ਸਾਰੀਆਂ ਸਿਆਣਪਾਂ ਛੱਡ ਕੇ ਮਹਾਰਾਜ ਕਹਿੰਦੇ ਤਜਹੋ ਸਿਆਣਪ ਸੁਰ ਜਨ ਹੋ। ਸਿਆਣੇ ਬੰਦੇ ਹੋ, ਸਿਆਣਪਾਂ ਜਿਹੜੀਆਂ ਨਾ ਬੁੱਧੀ ਦੀਆਂ ਉਹ ਛੱਡੋ। ਤਜਹੋ ਸਿਆਣਪ ਸੁਰ ਜਨ ਹੋ ਸਿਮਰਹੁ ਹਰ ਹਰ ਰਾਏ। ਜਿਹੜਾ ਕੰਮ ਕਰਨ ਵਾਲਾ ਉਹ ਇਹ ਆ ਵੀ ਉਹਦਾ ਸਿਮਰਨ ਕਰੋ, ਉਹਦੀ ਆਰਾਧਨਾ ਕਰੋ, ਐਵੇਂ ਸਿਆਣਪਾਂ 'ਚ ਨਾ ਪਏ ਰਹੋ। ਤਜਹੋ ਸਿਆਣਪ ਸੁਰ ਜਨ ਹੋ ਸਿਮਰਹੁ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਇੱਕ ਵਾਹਿਗੁਰੂ ਦੀ ਆਸ ਮਨ ਵਿੱਚ ਰੱਖੋ, ਫਿਰ ਦੁੱਖ ਵੀ ਭਰਮ ਵੀ ਡਰ ਵੀ ਸਭ ਕੁਝ ਨਿਵਰਤ ਹੋ ਜਾਵੇਗਾ। ਤਾਂ ਸਤਿਗੁਰੂ ਕਹਿੰਦੇ ਉਹਦੇ ਤੋਂ ਬਲਿਹਾਰ ਜਾਈਏ, ਸਦਕੇ ਜਾਈਏ। ਗਰੀਬ ਨਵਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਤੋ ਅੱਜ 8 ਪੋਹ ਦਾ ਦਿਹਾੜਾ ਹੈ। ਗੁਰੂ ਕੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, 5 ਪਿਆਰਿਆਂ ਵਿੱਚੋਂ 3 ਪਿਆਰੇ, ਧੰਨ ਧੰਨ ਪਿਆਰੇ ਹਿੰਮਤ ਸਿੰਘ ਜੀ, ਧੰਨ ਧੰਨ ਪਿਆਰੇ ਮੋਹਕਮ ਸਿੰਘ ਜੀ, ਧੰਨ ਧੰਨ ਪਿਆਰੇ ਸਾਹਿਬ ਸਿੰਘ ਜੀ, ਔਰ ਅਨੇਕਾਂ ਸਿੰਘਾਂ ਨੇ ਸਾਧ ਸੰਗਤ ਜੀ ਅੱਜ ਦੇ ਦਿਨ ਚਮਕੌਰ ਗੜੀ ਤੋਂ ਬਾਹਰ ਨਿਕਲ ਕੇ ਲੱਖਾਂ ਫੌਜਾਂ ਨਾਲ ਜੰਗ ਕਰਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਦੇ ਬਚਨਾਂ ਨੂੰ ਸਫਲ ਕਰਕੇ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਕਲਗੀਧਰ ਪਾਤਸ਼ਾਹ ਦੇ ਉਹਨਾਂ ਬਲੀ ਬਹਾਦਰਾਂ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ, ਰੋਮ ਰੋਮ ਕਰਕੇ ਨਮਸਕਾਰ ਹੈ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।